बहुत स्वागत है जी सारिਆਂ ਦਾ। मैं हाँ सुरिंदर डल्ला ਤੇ ਸਾਡਾ ਬਹੁਤ ਹੀ ਖਾਸ ਪ੍ਰੋਗਰਾਮ ਖਬਰ ਪੜਤਾਲ ਔਰ ਮੇਰੇ ਨਾਲ ਮੌਜੂਦ ਰਹਿੰਦੇ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਡੱਲਾ ਜੀ। ਸੋ ਮਨਪ੍ਰੀਤ ਰੰਧਾਵਾ ਜੀ, ਕਈ ਬੜੇ ਗੰਭੀਰ ਵਿਸ਼ੇ ਨੇ, ਉਹਨਾਂ ਦੇ ਉੱਤੇ ਬੜੇ ਸਿਹਤਮੰਦ ਵਿਚਾਰ ਆਉਣੇ ਬੜੇ ਜ਼ਰੂਰੀ ਹੈ ਔਰ ਤੁਸੀਂ ਬਹੁਤ ਸੀਨੀਅਰ ਪੱਤਰਕਾਰ ਹੋ, ਪੰਜਾਬ ਦੀ ਸਿਆਸਤ ਨੂੰ ਬਹੁਤ ਗਹਿਰਾਈ ਦੇ ਨਾਲ ਸਮਝਦੇ ਹੋ ਔਰ ਮੈਂ ਜ਼ਰੂਰ ਚਾਹੁੰਦਾ ਕਿ ਇਹਨਾਂ ਸਾਰੇ ਗੰਭੀਰ ਮੁੱਦਿਆਂ ਦੇ ਉੱਤੇ ਤੁਹਾਡਾ ਜਿਹੜਾ ਓਪੀਨੀਅਨ ਹੈ ਉਹ ਕਾਫੀ ਕੁਝ ਸਮਝਣ ਦੇ ਵਿੱਚ ਸਾਡੀ ਸਾਰਿਆਂ ਦੀ ਮਦਦ ਕਰੂਗਾ। ਤਸਵੀਰ ਹੈ ਇੱਕ ਨਵਜੋਤ ਸਿੰਘ ਸਿੱਧੂ ਦੀ ਪ੍ਰਸ਼ਾਂਤ ਕਿਸ਼ੋਰ ਦੇ ਨਾਲ, ਪੀਕੇ ਦੇ ਨਾਲ। ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਮਿਲੇ, ਤੁਸੀਂ ਸਾਰੀ ਵਿਆਖਿਆ ਕਰਿਓ। ਨਵਜੋਤ ਸਿੰਘ ਸਿੱਧੂ ਔਰ ਪ੍ਰਸ਼ਾਂਤ ਕਿਸ਼ੋਰ ਦੀ ਦਿੱਲੀ 'ਚ ਮਿਲਣੀ, 1.5-2 ਘੰਟੇ ਦੀ ਮੀਟਿੰਗ, ਉਹ ਤਸਵੀਰ ਦਾ ਟਵੀਟ ਹੋਣਾ, ਦੋਹਾਂ ਦੇ ਚਿਹਰਿਆਂ ਦੀ ਤਾਜ਼ਗੀ। ਔਰ ਨਵਜੋਤ ਸਿੰਘ ਸਿੱਧੂ, ਜੋ ਮੈਨੂੰ ਪਤਾ ਲੱਗਿਆ, ਪੰਜਾਬ ਦੇ ਮੁੱਦੇ ਨਾਲ ਲੈ ਕੇ ਗਏ ਸੀ। ਹੁਣ ਤੁਸੀਂ ਇਹਦਾ ਐਨਾਲਿਸਿਸ ਕਰਿਓ ਕਿ ਇਹਦੇ ਮਤਲਬ ਕੀ ਨੇ, ਪੰਜਾਬ ਦੀ ਸਿਆਸਤ 'ਚ ਇਸ ਮੀਟਿੰਗ ਦਾ ਕੀ ਅਸਰ ਹੈ ਔਰ ਦੇਸ਼ ਦੀ ਸਿਆਸਤ 'ਚ ਕੀ ਇਹਦਾ ਸੁਨੇਹਾ ਜਾਊਗਾ ਕਿ ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਮੁਲਾਕਾਤ ਕਰ ਰਹੇ ਨੇ ਔਰ ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਔਰ ਪ੍ਰਸ਼ਾਂਤ ਕਿਸ਼ੋਰ ਇਕੱਠੇ ਨਜ਼ਰ ਆਉਂਦੇ ਨੇ, 1.5-2 ਘੰਟੇ ਇਕੱਠੇ ਬਿਤਾਉਂਦੇ ਨੇ ਤੇ ਨਵਜੋਤ ਸਿੰਘ ਸਿੱਧੂ ਦੇ ਟਵੀਟ ਦੀਆਂ 17। ਔਰ ਇੱਕ ਦੂਸਰੀ ਜੋੜੀ ਵੀ ਬੜੀ ਚਰਚਾ 'ਚ ਹੈ, ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ। ਉਹ ਵੀ ਅੱਜ ਇੱਕ ਨੌਲੇਜ ਸ਼ੇਅਰ ਐਗਰੀਮੈਂਟ ਉਹਦੇ ਤੇ ਦਸਤਖਤ ਕਰਦੇ ਨੇ। ਕੇਜਰੀਵਾਲ ਤੇ ਭਗਵੰਤ ਮਾਨ, ਉਹ ਵੀ ਇੱਕ ਵੱਡੀ ਜੋੜੀ ਹੈ ਔਰ ਇਹ ਵੀ ਇੱਕ ਸੰਯੋਗ ਹੈ ਕਿ ਇੱਕ ਪਾਸੇ ਪ੍ਰਸ਼ਾਂਤ ਕਿਸ਼ੋਰ ਤੇ ਨਵਜੋਤ ਸਿੰਘ ਸਿੱਧੂ ਔਰ ਇੱਕ ਪਾਸੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ। ਪ੍ਰਸ਼ਾਂਤ ਕਿਸ਼ੋਰ ਦਾ ਕਾਂਗਰਸ 'ਚ ਹਜੇ ਰਲੇਵਾਂ ਤੈਅ ਨਹੀਂ, ਨਵਜੋਤ ਸਿੰਘ ਸਿੱਧੂ ਦਾ ਕਾਂਗਰਸ ਨੇ ਹਜੇ ਤੱਕ ਇਨਸਾਫ ਨਹੀਂ ਕੀਤਾ। ਭਗਵੰਤ ਮਾਨ ਤੇ ਕੇਜਰੀਵਾਲ ਦੋਨੇ ਮੁੱਖ ਮੰਤਰੀ ਬਣ ਚੁੱਕੇ ਨੇ, ਦੋਨਾਂ ਤੇ ਡਿਲੀਵਰ ਕਰਨ ਦੀ ਜ਼ਿੰਮੇਵਾਰੀ ਹੈ ਔਰ ਨਵਜੋਤ ਸਿੰਘ ਸਿੱਧੂ ਲੋਕਾਂ ਦਾ ਨੁਮਾਇੰਦਾ ਵਿਰੋਧੀ ਧਿਰ ਦੇ ਤੌਰ ਤੇ। ਸੋ ਸਥਿਤੀਆਂ ਬੜੀਆਂ ਅਜੀਬੋ ਗਰੀਬ ਨੇ ਔਰ ਇਹਦੇ ਵਿੱਚ ਕਹਿੰਦੇ ਸੁਮੇਧ ਸਿੰਘ ਸੈਣੀ ਉਹਨਾਂ ਦੀ ਜ਼ਮਾਨਤ ਫੇਰ ਰੱਦ ਹੋ ਗਈ। ਉਹ ਵੀ ਪੂਰੇ ਕੇਸ ਦੀ ਡਿਟੇਲ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ, ਇੱਕ ਇੱਕ ਕਰਕੇ ਅੱਗੇ ਵਧਾਂਗੇ। ਸਭ ਤੋਂ ਪਹਿਲਾਂ ਤਾਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ, ਜਿਹੜਾ ਦੌਰਾ ਸੀ, ਸਕੂਲ ਦੇਖੇ ਭਗਵੰਤ ਮਾਨ ਨੇ, ਕੇਜਰੀਵਾਲ ਨੇ ਦਿਖਾਏ, ਤੇ ਨੌਲੇਜ ਸ਼ੇਅਰ ਐਗਰੀਮੈਂਟ, ਵਿਰੋਧੀਆਂ ਦੇ ਅਟੈਕ, ਸੁਖਬੀਰ ਦੀ ਪ੍ਰੈਸ ਕਾਨਫਰੰਸ, ਪ੍ਰਤਾਪ ਬਾਜਵਾ ਦੀ ਪ੍ਰੈਸ ਕਾਨਫਰੰਸ, ਨਵਜੋਤ ਸਿੰਘ ਸਿੱਧੂ ਦੇ ਟਵੀਟ, ਸਾਰਿਆਂ ਨੇ ਵਿਰੋਧ ਕੀਤਾ। ਭਗਵੰਤ ਮਾਨ ਹੀ ਹੈ ਜਿਹੜਾ ਕਹਿ ਰਿਹਾ ਕਿ ਇਹਦਾ ਫਾਇਦਾ ਹੋਊ ਪੰਜਾਬ ਨੂੰ ਔਰ ਭਗਵੰਤ ਮਾਨ ਦੇ ਸਮਰਥਕ ਵੀ ਖੁਸ਼ ਨੇ, ਕਹਿੰਦੇ ਕੀ ਹਰਜ ਹੈ ਜੇ ਦਿੱਲੀ ਦੀ ਨੌਲੇਜ ਪੰਜਾਬ ਨੂੰ ਫਾਇਦਾ ਦੇਊਗੀ। ਤੁਸੀਂ ਦੇਖਦੇ ਕਿਵੇਂ ਹੋ ਪੂਰੀਆਂ ਸਥਿਤੀਆਂ ਨੂੰ? ਦੇਖੋ ਡੱਲਾ ਜੀ, ਮੈਨੂੰ ਯਾਦ ਆ ਕਿ ਜਦੋਂ ਉਹ ਇੱਕ ਬੈਠਕ ਹੋਈ ਸੀ ਦਿੱਲੀ ਦੇ ਵਿੱਚ, ਜਦੋਂ ਪੰਜਾਬ ਦੇ ਅਫਸਰ ਗਏ ਸੀ, ਚੀਫ ਸੈਕਟਰੀ ਗਏ ਸੀ, ਸੈਕਟਰ ਪਾਵਰ ਦੇ ਸੈਕਟਰੀ ਗਏ ਸੀ, ਤੇ ਉਸ ਟਾਈਮ PSPSL ਦੇ ਚੇਅਰਮੈਨ ਸੀ, ਉਹ ਵੀ ਗਏ ਸੀ, ਤੇ ਇਸ ਦਾ ਬੜਾ ਬਵਾਲ ਖੜਾ ਹੋਇਆ ਸੀ, ਬਹੁਤ ਵਿਵਾਦ ਹੋਇਆ ਸੀ, ਬੜੇ ਪ੍ਰਸ਼ਨ ਚਿੰਨ੍ਹ ਜਿਹੜੇ ਖੜੇ ਕੀਤੇ ਗਏ ਸੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਹੋਣਾ ਤੇ। ਉਸ ਤੋਂ ਬਾਅਦ ਇੱਕ MOU ਦੀ ਗੱਲ ਆਉਂਦੀ ਹੈ, ਇਹ ਵੀ ਗੱਲ ਸੀ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ, ਭਗਵੰਤ ਮਾਨ ਹੋਣਾ ਦਾ ਦੌਰਾ ਸੀ, ਉਹਨਾਂ ਨੇ ਸਕੂਲ ਦੇਖਣੇ ਸੀ, ਉੱਥੋਂ ਦੇ ਜਿਹੜੇ ਮੁਹੱਲਾ ਕਲੀਨਿਕਸ ਆ, ਜਿਨ੍ਹਾਂ ਬਾਰੇ ਅਕਸਰ ਅਰਵਿੰਦ ਕੇਜਰੀਵਾਲ ਕਹਿੰਦੇ ਆ ਔਰ ਜਿਸ ਉੱਤੇ ਸਾਰਾ ਦਿੱਲੀ ਮਾਡਲ ਬੇਸਡ ਆ, ਮੁਹੱਲਾ ਕਲੀਨਿਕਸ ਹੋਣ ਜਾਂ ਉੱਥੋਂ ਦੇ ਸਕੂਲਾਂ ਦੀ ਸਥਿਤੀ ਹੋਵੇ, ਇਹਨਾਂ ਨੂੰ ਦੇਖਣ ਦੀ ਪਹਿਲਾਂ ਵੀ ਗੱਲ ਚੱਲੀ ਸੀ, ਪਰ ਐਨ ਮੌਕੇ ਤੇ ਉਹ ਰੱਦ ਕਰ ਦਿੱਤੇ ਗਏ ਸੀ। ਹੁਣ ਦੁਬਾਰਾ ਉੱਥੇ ਦੇਖੇ ਗਏ ਨੇ ਤੇ ਹੁਣ MOU ਤੇ ਆਪਾਂ ਆਉਂਦੇ, ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ। ਦੇਖੋ, ਇਸ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨੂੰ ਜਿਸ ਤਰ੍ਹਾਂ ਵਿਰੋਧੀ ਧਿਰਾਂ ਜਿਹੜੀਆਂ ਇੱਕ ਤਰ੍ਹਾਂ ਦਰਕਿਨਾਰ ਕਰ ਰਹੀਆਂ ਨੇ, ਇਹਨੂੰ ਰੱਦ ਕਰ ਰਹੀਆਂ ਨੇ, ਇਸ ਦੀ ਆਲੋਚਨਾ ਕਰ ਰਹੇ ਆ, ਮੈਨੂੰ ਲੱਗਦਾ ਕਿਤੇ ਨਾ ਕਿਤੇ ਜਲਦਬਾਜ਼ੀ ਆ। ਉਹ ਇਸ ਕਰਕੇ ਜਲਦਬਾਜ਼ੀ ਆ ਕਿ ਤੁਸੀਂ ਪਹਿਲਾਂ ਇਸ ਚੀਜ਼ ਨੂੰ ਪੜ੍ਹੋ, ਕਿਉਂਕਿ ਡੱਲਾ ਜੀ ਇੱਕ ਚੀਜ਼ ਹੋਰ, ਅੱਜ ਜਦੋਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਯਾਨੀ MOU ਸਾਈਨ ਹੋਇਆ ਜਾਂ ਉਸ ਤੋਂ ਪਹਿਲਾਂ ਵੀ ਕਈ ਸੋਸ਼ਲ ਮੀਡੀਆ ਗਰੁੱਪਸ ਤੇ, ਕਈ WhatsApp ਗਰੁੱਪਸ ਤੇ ਇੱਕ ਡਾਕੂਮੈਂਟਸ ਘੁੰਮਦਾ ਰਿਹਾ MOU ਨੂੰ ਲੈ ਕੇ, ਜਿਹੜਾ ਬਾਅਦ ਚ ਪਤਾ ਲੱਗਾ ਬਿਲਕੁਲ ਫੇਕ ਸੀ। ਉਹਦੇ ਵਿੱਚ ਹਰ ਤਰ੍ਹਾਂ ਦੇ ਅਧਿਕਾਰ ਦਿੱਲੀ ਸਰਕਾਰ ਨੂੰ ਦਿੱਤੇ ਗਏ, ਲੇਕਿਨ ਜਿਹੜਾ ਫਾਈਨਲ ਕਾਪੀ ਆਈ ਉਸ ਦੇ ਵਿੱਚ ਇਹ ਹੈ ਕਿ ਲਗਭਗ 18 ਦੇ ਕਰੀਬ ਇਸ ਤਰ੍ਹਾਂ ਦੇ ਮਹਿਕਮੇ ਹੋਣਗੇ, 18 ਮਹਿਕਮੇ, ਤੇ ਜੇ ਕੋਈ ਹੋਰ ਵੀ ਮਹਿਕਮਾ ਹੋਇਆ ਉਹਦੇ ਵਿੱਚ ਤੁਸੀਂ ਦੇਖੋ ਹੈਲਥ ਆ, ਉਹਦੇ ਵਿੱਚ ਐਜੂਕੇਸ਼ਨ ਆ,
ਉਹਦੇ ਚ EMPLOYMENT ਜਨਰੇਸ਼ਨ ਆ, ਚਾਈਲਡ ਡਿਵੈਲਪਮੈਂਟ ਦੀ ਗੱਲ ਆਪਾਂ ਕਰ ਰਹੇ ਹਾਂ, এনवायरमेंट ਦੀ ਗੱਲ ਕਰ ਰਹੇ ਹਾਂ, तमाम ਤਰ੍ਹਾਂ ਦੇ ਲੋਕਲ ਗਵਰਨਮੈਂਟ ਦਾ ਮਹਿਕਮਾ ਹੈ। ਸੋ तमाम ਤਰ੍ਹਾਂ ਦੇ ਉਹ ਮਹਿਕਮੇ ਨੇ ਜਿਹਦੇ ਵਿੱਚ ਨੌਲੇਜ ਸ਼ੇਅਰ ਕਰਨੀ ਹੈ, ਜਾਣਕਾਰੀ ਲੈਣੀ ਹੈ ਤੇ ਇੱਕ ਦੂਸਰੇ ਦਾ ਸਹਿਯੋਗ ਕਰਨਾ। ਤੁਸੀਂ ਦੇਖੋ ਪ੍ਰੈਸ ਕਾਨਫਰੰਸ ਤਾਂ ਸਾਰਿਆਂ ਨੇ ਕੀਤੀ ਹੈ। ਸੁਖਬੀਰ ਸਿੰਘ ਬਾਦਲ ਦਾ ਤੁਸੀਂ ਨਾਂ ਲਿਆ, ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ। ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਤੀ। ਇਸੇ ਤਰ੍ਹਾਂ ਬੀਜੇਪੀ ਦੇ ਮਨਜਿੰਦਰ ਸਿੰਘ ਸਿਰਸਾ ਵੀ ਇਸ ਨੂੰ ਕ੍ਰਿਟੀਸਾਈਜ਼ ਕਰ ਰਹੇ ਸੀ, ਪਰ ਕਿਸੇ ਨੇ ਕੁਝ ਪੁਆਇੰਟ ਦੱਸਿਆ ਕਿ ਕਿਸ ਮੁੱਦੇ ਨੂੰ ਲੈ ਕੇ ਉਹ ਕ੍ਰਿਟਿਸਿਜ਼ਮ ਕਰ ਰਹੇ। ਸਿਰਫ ਇੱਕ ਹੀ ਗੱਲ ਕਹੀ ਜਾ ਰਹੀ ਆ ਕਿ ਦੇਖੋ ਜੀ ਇਹਨਾਂ ਨੇ ਤਾਂ ਪੰਜਾਬ ਦੇ ਜਿਹੜੇ ਹਿੱਤ ਸੀ ਜਾਂ ਪੰਜਾਬ ਦੇ ਜਿਹੜੇ ਹੱਕ ਸੀ ਉਹਨਾਂ ਨੂੰ ਸਰੈਂਡਰ ਕਰਤਾ। ਕਿਸ ਤਰ੍ਹਾਂ ਸਰੈਂਡਰ ਕਰਤਾ? ਮੈਨੂੰ ਇਹ ਦੱਸੋ, ਸਾਡੇ ਕੋਈ MOU ਬਾਹਰਲੇ ਮੁਲਕਾਂ ਦੇ ਨਾਲ ਸਾਈਨ ਨਹੀਂ ਹੁੰਦੇ? ਸਾਡੇ ਜਿਹੜੇ ਇੰਜੀਨੀਅਰਸ ਨੇ, ਸਾਡੇ ਜਿਹੜੇ ਐਗਰੀਕਲਚਰਸ ਨੇ, ਉਹ ਇਜ਼ਰਾਈਲ ਦੇ ਵਿੱਚ ਡ੍ਰਿਪ ਇਰੀਗੇਸ਼ਨ ਨੂੰ ਲੈ ਕੇ ਉੱਥੇ ਦੇਖਣ ਨਹੀਂ ਜਾਂਦੇ? ਆਪਸ ਦੇ ਵਿੱਚ ਨੌਲੇਜ ਸ਼ੇਅਰਿੰਗ ਨਹੀਂ ਹੁੰਦੀ? ਕਹਿੰਦੇ ਹੁੰਦੇ ਅੱਜ ਭਗਵੰਤ ਮਾਨ ਹੁਣਾਂ ਨੇ ਇੱਕ ਬੜੀ ਵਧੀਆ ਗੱਲ ਕਹੀ ਆ, ਮੈਨੂੰ ਯਾਦ ਆ ਅਲੈਗਜ਼ੈਂਡਰ ਪੋਪ ਨੇ ਇੱਕ ਅੰਗਰੇਜ਼ੀ ਦੇ ਬੜੇ ਵੱਡੇ ਪੋਇਟ ਰਹੇ ਨੇ, ਲਿਟਰੇਚਰ ਉਹਨਾਂ ਨੇ ਲਿਖਿਆ, ਉਹਨਾਂ ਨੇ ਕਿਹਾ ਸੀ ਅ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ। ਬਿਲਕੁਲ ਘੱਟ ਨੌਲੇਜ ਹੋਣੀ ਕਿਸੇ ਚੀਜ਼ ਬਾਰੇ ਜਾਂ ਪੂਰਨ ਤੌਰ ਤੇ ਜਾਣਕਾਰੀ ਨਾ ਹੋਣੀ, ਉਹ ਵੀ ਕਹਿੰਦੇ ਖਤਰਨਾਕ ਹੁੰਦਾ। ਤੁਸੀਂ ਪਹਿਲਾਂ ਦੇਖੋ, ਤੁਸੀਂ ਆਪਣੇ ਅਫਸਰਾਂ ਨੂੰ, ਤੁਸੀਂ ਸਾਰਿਆਂ ਨੇ ਦੇਖਿਆ ਸਾਡੀਆਂ ਰਵਾਇਤੀ ਪਾਰਟੀਆਂ ਨੇ ਕੀ ਕਦੇ ਸਾਡੇ ਅਫਸਰਾਂ ਨੂੰ, ਕਦੇ ਟੀਚਰਸ ਨੂੰ, ਡਾਕਟਰਸ ਨੂੰ ਜਾਂ तमाम ਤਰ੍ਹਾਂ ਦੇ ਪ੍ਰੋਫੈਸ਼ਨਲਸ ਨੂੰ ਕਦੇ ਇਹਨਾਂ ਦੇ MOU ਇਸ ਤਰ੍ਹਾਂ ਦੇ ਸਾਈਨ ਕੀਤੇ ਆ? ਅਸੀਂ ਬੜੀਆਂ ਇੰਡਸਟਰੀਜ਼ ਨਾਲ ਵੀ MOU ਸਾਈਨ ਕਰਦੇ ਆ, ਹੋਰਾਂ ਨਾਲ ਵੀ ਸਾਈਨ ਕਰਦੇ ਆ, ਬਹੁਤ ਸਾਰੇ ਆਪਸ ਦੇ ਵਿੱਚ ਨੌਲੇਜ ਦਾ ਆਦਾਨ ਪ੍ਰਦਾਨ ਹੁੰਦਾ, ਨਵੇਂ ਆਈਡੀਆਜ਼ ਆਉਂਦੇ ਆ। ਪਹਿਲਾਂ ਕਮ ਸੇ ਕਮ ਉਸ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਤੇ ਫਿਰ ਉਸ ਤੇ ਤੁਸੀਂ ਆਪਣੀਆਂ ਟਿੱਪਣੀਆਂ ਦਿਓ, ਫਿਰ ਤਾਂ ਸਮਝ ਆਉਂਦੀ ਆ। ਜੀ ਲੇਕਿਨ ਜਲਦੀ ਤੁਸੀਂ ਉਹਨੂੰ ਇੱਕੋ ਸਿਰੇ ਤੋਂ ਨਕਾਰ ਦੋ ਕਿ ਇਹ ਤਾਂ ਹੋ ਹੀ ਨਹੀਂ ਸਕਦਾ, ਸਿਰਫ ਇਸ ਨਜ਼ਰ ਨਾਲ ਦੇਖੋ ਕਿ ਇਹ ਤਾਂ ਪੰਜਾਬ ਦੇ ਜਿਹੜੇ ਹੱਕ ਹੀ ਆ ਉਹ ਸਰੈਂਡਰ ਹੋ ਜਾਣੇ ਆ। ਮੈਨੂੰ ਲੱਗਦਾ ਕਿਤੇ ਨਾ ਕਿਤੇ ਗਲਤ ਹੈ ਇਹ ਚੀਜ਼। ਦੇਖੋ, ਪੋਲੀਟੀਕਲ ਪਾਰਟੀਆਂ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ, ਪੋਲੀਟੀਕਲ ਪਾਰਟੀਆਂ ਦਾ ਖਦਸ਼ਾ ਕੀ ਹੈ ਜਾਂ ਉਹਨਾਂ ਦੇ ਇਲਜ਼ਾਮ ਕੀ ਹੈ? ਉਹ ਇਹ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਪੰਜਾਬ ਦੇ ਹੱਕ ਦਿੱਲੀ ਨੂੰ ਦੇਤੇ, ਦਿੱਲੀ ਆਮ ਆਦਮੀ ਪਾਰਟੀ ਹੁਣ ਪੰਜਾਬ ਦੀ ਸਰਕਾਰ ਵੀ ਚਲਾਊ। ਇਹ ਪੋਲੀਟੀਕਲ ਪਾਰਟੀਆਂ ਦੇ ਇਲਜ਼ਾਮ ਨੇ, ਮੇਰੇ ਨਿੱਜੀ ਇਲਜ਼ਾਮ ਨਹੀਂ ਹੈ। ਉਹ ਕਹਿੰਦੇ ਵੀ ਖੁੱਲ੍ਹ ਦੇਤੀ ਕਿ ਸਾਡੇ ਸਾਰੇ ਜਿਹੜੇ ਦਫ਼ਤਰ ਨੇ ਉਹਨਾਂ ਦਾ ਐਕਸੈਸ ਦਿੱਲੀ ਦੀ ਸਰਕਾਰ ਜਾਂ ਦਿੱਲੀ ਦੇ ਅਫਸਰਾਂ ਕੋਲੇ ਚਲਿਆ ਜਾਊਗਾ। ਇਸ ਤਰੀਕੇ ਦੇ ਇਲਜ਼ਾਮ ਨੇ। ਪਰ ਜਿੱਥੋਂ ਤੱਕ ਨੌਲੇਜ ਸ਼ੇਅਰ ਕਰਨ ਦੀ ਗੱਲ ਹੈ ਉਹ ਬਿਲਕੁਲ ਠੀਕ ਹੈ, ਪਰ ਜਿਹੜੇ ਇਹ ਪੋਲੀਟੀਕਲ ਲੀਡਰਾਂ ਦੇ ਇਲਜ਼ਾਮ ਨੇ, ਕੀ ਇਹਦੇ ਪਿੱਛੇ ਕੋਈ ਇਨਸਿਕਿਉਰਿਟੀ ਹੈ? ਇਹਦੇ ਪਿੱਛੇ ਕੀ ਕੋਈ ਡਰ ਹੈ? ਜਾਂ ਸੱਚਮੁੱਚ ਅਜਿਹਾ ਹੋ ਸਕਦਾ ਹੈ ਕਿ ਜਿਹੜਾ ਸਾਡੇ ਡਿਪਾਰਟਮੈਂਟਸ ਦੀ ਇੰਟਰਨਲ ਸਿਕਿਉਰਿਟੀ ਹੈ ਜਾਂ ਕੋਈ ਕਨਸਟੀਟਿਊਸ਼ਨਲ, ਕੋਈ ਸਾਡੀ ਕਨਸਟੀਟਿਊਸ਼ਨਲ ਜਿਹੜੀ ਵੈਧਤਾ ਹੈ, ਸੀਕ੍ਰੇਸੀ ਹੈ ਉਹਦੇ ਤੇ ਖਤਰਾ ਹੈ? ਇਹ ਤੁਸੀਂ ਕਿਵੇਂ ਵੇਖਦੇ ਹੋ? ਇਹਨਾਂ ਦੇ ਇਲਜ਼ਾਮਾਂ ਦਾ ਆਧਾਰ ਕੀ ਆ? ਫਿਰ ਸਿਰਫ ਸਿਆਸੀ ਡਰ ਵੀ ਕਿਤੇ ਕੁਝ ਡਿਵੈਲਪ ਨਾ ਕਰ ਜਾਣ, ਕਿਤੇ ਕੁਝ ਉਸਾਰੂ ਨਾ ਕਰ ਜਾਣ, ਪੋਲੀਟੀਕਲ ਡਰ ਹੈ ਸੁਖਬੀਰ ਬਾਦਲ ਨੂੰ ਜਾਂ ਕਾਂਗਰਸ ਦੇ ਲੀਡਰਾਂ ਨੂੰ, ਪ੍ਰਤਾਪ ਬਾਜਵਾ ਨੂੰ? ਤੁਸੀਂ ਮੈਨੂੰ ਡੱਲਾ ਜੀ ਇਹ ਹਾਂ ਬਿਲਕੁਲ, ਸਭ ਤੋਂ ਪਹਿਲਾਂ ਤਾਂ ਤੁਹਾਡਾ ਗੱਲ ਦਾ ਮੈਂ ਇਹ ਜਵਾਬ ਦੇਣਾ ਕਿ ਇਹਨਾਂ ਦਾ ਵਾਕਿਆ ਇੱਕ ਪੋਲੀਟੀਕਲ ਸਿਆਸੀ ਡਰ ਆ, ਕਿਉਂਕਿ ਸਾਰੀਆਂ ਪਾਰਟੀਆਂ ਹਾਸ਼ੀਏ ਤੇ ਜਾ ਚੁੱਕੀਆਂ, ਇਹਨਾਂ ਕੋਲ ਕੁਝ ਨਵਾਂ ਕਹਿਣ ਨੂੰ ਨਹੀਂ ਆ। ਸੁਖਬੀਰ ਸਿੰਘ ਬਾਦਲ ਆ ਕੇ ਕਹਿੰਦੇ ਤਾਂ ਹੈ, ਪਰ ਸਾਨੂੰ ਸਮਝਾਓ ਤਾਂ ਸਹੀ ਕਿ ਕਿਸ ਤਰ੍ਹਾਂ ਅਸੀਂ ਆਪਣੇ ਰਾਈਟਸ ਜਿਹੜੇ ਆ ਉਹ ਸਰੈਂਡਰ ਕਰਤੇ। ਜੇ ਸਾਡੇ ਅਫਸਰ ਨੇ, ਜਾਂ ਮੈਂ ਅੱਗੇ ਵੀ ਦੱਸਿਆ ਪ੍ਰੋਫੈਸ਼ਨਲਸ ਨੇ, ਜੇ ਉਹ ਕੁਝ ਨਵਾਂ ਸਿੱਖ ਲੈਣਗੇ ਤੇ ਉਹਨਾਂ ਨੂੰ ਆਪਣੇ ਇੱਥੇ ਇੰਪਲੀਮੈਂਟ ਕਰ ਲੈਣਗੇ। ਤੁਸੀਂ ਤਾਂ ਅੱਜ ਤੱਕ ਸਕੂਲਾਂ ਦੀ ਹਾਲਤ ਸੁਧਾਰੀ ਨਹੀਂ। ਜੋ ਗਵਰਨਮੈਂਟ ਸਕੂਲਸ ਨੇ, ਜੋ ਸਰਕਾਰੀ ਸਕੂਲ ਆ, ਤੁਸੀਂ ਸੁਧਾਰ ਲੈਂਦੇ, ਤੁਸੀਂ ਹਸਪਤਾਲਾਂ ਦੀ ਦਿਸ਼ਾ ਸੁਧਾਰ ਲੈਂਦੇ। ਤੁਹਾਨੂੰ ਵੀ 10 ਸਾਲ ਹੁਣ ਦਿੱਤੇ ਸੀ, ਇਸ ਤੋਂ ਪਹਿਲਾਂ ਵੀ ਤੁਸੀਂ ਰਹੇ ਹੋ, ਤੁਹਾਨੂੰ ਵੀ ਲੋਕਾਂ ਨੇ ਪੂਰਾ ਸਮਰਥਨ ਦਿੱਤਾ ਸੀ, ਤੁਸੀਂ ਤਾਂ ਸੁਧਾਰੇ ਨਹੀਂ। ਨਾ ਹੀ ਤੁਸੀਂ ਇਸ ਤਰ੍ਹਾਂ ਦੇ MOU ਸਾਈਨ ਕੀਤੇ ਆ। ਜਿੰਨੇ MOU ਤੁਸੀਂ ਉਸ ਟਾਈਮ ਇੰਡਸਟਰੀ ਦੇ ਸਾਈਨ ਕੀਤੇ ਸੀ, ਉਹ ਵੀ ਇੰਡਸਟਰੀ ਸਾਡੇ ਪੰਜਾਬ 'ਚ ਨਹੀਂ ਆਈ, ਇਹ ਵੀ ਸਾਨੂੰ ਪਤਾ। ਸੋ ਇਸ ਕਰਕੇ ਸਿਰਫ ਇਹ ਕਹਿ ਦੇਣਾ ਕਿ ਪੰਜਾਬ ਦੇ ਹੱਕ ਸਰੈਂਡਰ, ਇਸ ਤਰ੍ਹਾਂ ਦਾ ਕਿਹੜਾ ਆਫੀਸ਼ੀਅਲ ਸੀਕ੍ਰੇਟ ਐਕਟ ਆ? ਠੀਕ ਹੈ, ਜਿਹੜੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਜਾਣਕਾਰੀ ਆ ਉਹ ਅਸੀਂ ਨਹੀਂ ਸਾਂਝੀ ਕਰਨੀ, ਮੰਨ ਲਓ ਕਿਸੇ ਤਰ੍ਹਾਂ ਦੀ ਸਿਕਿਉਰਿਟੀ ਆ, ਉਹ ਤਾਂ ਜ਼ਿਆਦਾਤਰ ਜਾਂ ਪੰਜਾਬ ਪੁਲਿਸ ਦੀਆਂ ਇੰਟੈਲੀਜੈਂਸ ਏਜੰਸੀਜ਼ ਕੋਲੇ ਹੁੰਦੀ ਆ ਤੇ ਜਾਂ ਜਿਹੜੀਆਂ ਸੈਂਟਰਲ ਦੀਆਂ ਇੰਟੈਲੀਜੈਂਸ ਏਜੰਸੀਜ਼ ਕੋਲੇ ਹੁੰਦੀ ਆ, ਔਰ ਉਹਨਾਂ ਦੀ ਵੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਰਹਿੰਦੀ ਆ। ਹੁਣ ਤੁਸੀਂ ਦੇਖੋ ਪੰਜਾਬ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਆ, ਇੰਟੈਲੀਜੈਂਸ ਏਜੰਸੀਜ਼, ਉਹ ਕਿਸ ਤਰ੍ਹਾਂ ਕੰਮ ਕਰਦੀਆਂ? ਕਿਸੇ ਵੀ ਸੂਬੇ ਦੀਆਂ ਆਪਸ ਦੇ ਵਿੱਚ ਉਹ ਇੰਟੈਲੀਜੈਂਸ ਸ਼ੇਅਰਿੰਗ ਕਰਦੀਆਂ, ਚਾਹੇ ਸਾਡੀ ਇੱਥੋਂ ਦੀਆਂ ਲੋਕਲ ਇੰਟੈਲੀਜੈਂਸ ਏਜੰਸੀਜ਼ ਨੇ ਜਾਂ ਪੁਲਿਸ ਏਜੰਸੀਜ਼ ਨੇ, ਚਾਹੇ ਉਹ ਰॉ ਆ, ਰਿਸਰਚ ਐਂਡ ਐਨਾਲਿਸਿਸ ਵਿੰਗ, ਚਾਹੇ ਉਹ ਜਿਹੜੀ ਇੰਟੈਲੀਜੈਂਸ ਬਿਊਰੋ ਆ ਜਾਂ ਹੋਰ ਏਜੰਸੀਆਂ, ਉਹਨਾਂ ਦੇ ਆਪਸ ਦੇ ਵਿੱਚ ਕੋਆਰਡੀਨੇਸ਼ਨ ਦਿੱਤੇ। ਫਿਰ ਤੁਸੀਂ ਇਹ ਵੀ ਕਹਿ ਦੋ ਕਿ ਤੁਸੀਂ ਤਾਂ ਸਰੈਂਡਰ ਕਰਤੇ, ਆਪਣੇ ਹੱਕ ਸਰੈਂਡਰ ਕਰਤੇ ਸੂਬੇ ਨੇ। ਇਹ ਤਾਂ ਕੋਈ ਗੱਲ ਨਾ ਹੋਈ, ਇਹ ਕੋਈ ਤਰਕ ਨਾ ਹੋਇਆ।
ਜੀ ਜੀ ਮੈਂ ਸਾਰੇ ਲੀਡਰਾਂ ਦੀ ਮੈਂ ਗੱਲ ਵੀ ਸੁਣ ਰਿਹਾ ਸੀ, ਮੇਰੇ ਜ਼ਿਹਨ 'ਚ ਵੀ ਇੱਕ ਸਵਾਲ ਖੜਾ ਹੁੰਦਾ ਹੈ। ਕਹਿੰਦੇ ਦਿੱਲੀ ਦੇ ਵਿੱਚ ਕੁਝ ਕੁ ਸਕੂਲ ਨੇ ਜਿਨ੍ਹਾਂ ਨੂੰ ਆਦਰਸ਼ ਮੰਨਿਆ ਜਾ ਸਕਦਾ ਹੈ। ਕਹਿੰਦੇ ਦਿੱਲੀ 'ਚ 1000 ਤੋਂ ਜ਼ਿਆਦਾ ਸਕੂਲ ਨੇ, 1100। ਪੰਜਾਬ 'ਚ 20,000 ਦੇ ਕਰੀਬ ਸਕੂਲ ਨੇ। ਕਹਿੰਦੇ ਦਿੱਲੀ ਦੇ ਬਹੁਤ ਸਾਰੇ ਸਕੂਲ ਨੇ ਜਿੱਥੇ ਹੈੱਡ ਮਾਸਟਰਸ ਨਹੀਂ, ਪ੍ਰਿੰਸੀਪਲ ਨਹੀਂ। ਕਹਿੰਦੇ ਭਗਵੰਤ ਮਾਨ ਜੀ ਲਿਸਟ ਦੇ ਸਕਦੇ ਨੇ ਵੀ ਕੀ ਦਿੱਲੀ 'ਚ 1100 ਦੇ 1100 ਸਕੂਲ ਹੀ ਆਦਰਸ਼ ਬਣ ਗਏ, ਕਿ ਸਾਰਿਆਂ 'ਚ ਸਵਿਮਿੰਗ ਪੂਲ ਆ ਗਏ, ਕਿ ਸਾਰਿਆਂ ਦੇ ਵਿੱਚ ਟੈਕਨੋਲੋਜੀ ਅਪਗ੍ਰੇਡ ਹੋ ਗਈ, ਕਿ ਸਾਰਿਆਂ ਦੇ ਵਿੱਚ ਹੀ ਪ੍ਰਿੰਸੀਪਲ ਆ ਗਏ। ਦੇਖੋ ਇਹ ਵੀ ਸਵਾਲ ਬਹੁਤ ਵੱਡਾ ਹੈ। ਕਹਿੰਦੇ ਜਦੋਂ ਦਿੱਲੀ 'ਚ ਸਾਰਾ ਕੁਝ ਉਸ ਮੁਕਾਮ ਤੇ ਨਹੀਂ ਹੈ, ਇਸ ਦੇ ਬਾਵਜੂਦ ਕਿ ਦਿੱਲੀ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਸੈਂਟਰ ਇਨਵੈਸਟ ਕਰਦਾ ਹੈ, ਸੈਂਟਰ ਨੇ ਇਨਫਰਾਸਟ੍ਰਕਚਰ ਦਿੱਤਾ ਹੈ, ਤੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ, ਕਹਿੰਦੇ ਭਗਵੰਤ ਮਾਨ ਸਾਹਿਬ ਨੂੰ ਪਹਿਲਾਂ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਨਾ ਚਾਹੀਦਾ ਸੀ। ਪੰਜਾਬ ਦੇ, ਮੈਂ ਰੰਧਾਵਾ ਜੀ 2 ਦਿਨਾਂ ਦੇ ਪ੍ਰੋਗਰਾਮ ਕਰ ਰਹੇ ਹਾਂ, ਬਹੁਤ ਸਾਰੇ ਸਾਡੇ ਨਾਗਰਿਕ ਸੁਨੇਹੇ ਪਾ ਰਹੇ ਨੇ ਕਿ ਡੱਲਾ ਸਾਹਿਬ ਸਾਡਾ ਆਹ ਸਕੂਲ ਬਹੁਤ ਵਧੀਆ, ਆਹ ਸਕੂਲ ਵਿਜ਼ਿਟ ਕਰੋ, ਆਹ ਸਕੂਲ ਦੇਖੋ। ਸੋਸ਼ਲ ਮੀਡੀਆ ਤੇ ਲੋਕ ਫੋਟੋਆਂ ਪਾਉਣ ਲੱਗ ਗਏ। ਪੰਜਾਬ ਦੇ ਸਕੂਲ ਵੀ ਬਹੁਤ ਚੰਗੇ ਚੰਗੇ ਨੇ। ਅਗਰ 20,000 ਦੇ ਵਿੱਚੋਂ ਅਸੀਂ ਹਰ ਜ਼ਿਲ੍ਹੇ ਚੋਂ ਚੰਗੇ ਸਕੂਲ ਕੱਢੀਏ ਤੇ ਫਿਰ ਸਾਡੇ ਸਕੂਲ ਵੀ ਬੜੇ ਆਦਰਸ਼ਵਾਦੀ ਹੈ, ਚੰਗੇ ਸਕੂਲ ਨੇ। ਕਿ ਨੌਲੇਜ ਸ਼ੇਅਰਿੰਗ ਪ੍ਰੋਗਰਾਮ ਦੇ ਵਿੱਚ ਕਿਤੇ ਇਹ ਗੱਲ ਆਈ ਹੈ ਕਿ ਪੰਜਾਬ ਦੇ ਜਿਹੜੇ ਚੰਗੇ ਸਕੂਲ ਨੇ ਉਹਨਾਂ ਦੀ ਟੈਕਨੋਲੋਜੀ, ਉਹਨਾਂ ਦੀ ਆਈਡੀਓਲੋਜੀ, ਉਹਨਾਂ ਦੀ ਤਕਨੀਕ, ਉਹਨਾਂ ਦੀ ਸ਼ੈਲੀ ਦਿੱਲੀ ਅਡਾਪਟ ਕਰੂਗਾ, ਜਾਂ ਇਹ ਪ੍ਰੋਜੈਕਟ ਕੀਤਾ ਜਾਊਗਾ ਕਿ ਜੋ ਕੁਝ ਦਿੱਲੀ ਨੇ ਕਰਤਾ ਉਹ ਦੁਨੀਆ 'ਚ ਕਿਤੇ ਨਹੀਂ ਹੋਇਆ ਕੈਨੇਡਾ ਅਮਰੀਕਾ ਤੋਂ ਬਿਨਾਂ, ਤੇ ਹੁਣ ਅਸੀਂ ਪੰਜਾਬ 'ਚ ਵੀ ਉਹੀ ਕੁਝ ਕਰਨਾ ਹੈ। ਦੂਸਰਾ ਇੱਕ ਪੁਆਇੰਟ ਹੋਰ ਹੈ ਕਿ ਆਮ ਆਦਮੀ ਪਾਰਟੀ ਕੋਈ ਲਿਸਟ ਜਾਰੀ ਕਰੇਗੀ ਵੀ ਪੰਜਾਬ 'ਚ ਆਹ ਸਕੂਲ ਨੇ ਜਿਹੜੇ ਪਹਿਲਾਂ ਹੀ ਆਦਰਸ਼ ਨੇ, ਸਮਾਰਟ ਨੇ, ਤਾਂ ਕਿ 3 ਮਹੀਨਿਆਂ ਬਾਅਦ ਇਹਨਾਂ ਸਕੂਲਾਂ ਦੇ ਉੱਤੇ ਵੀ ਇਹ ਠੱਪਾ ਨਾ ਲਾ ਦਿੱਤਾ ਜਾਵੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੀ ਇਹਨਾਂ ਦੀ ਕਾਇਆ ਕਲਪ ਹੋਈ ਹੈ। ਜਦ ਕਿ ਮੈਂ ਇੱਕ ਸਕੂਲ ਦਾ ਕੱਲ ਵੀ ਜ਼ਿਕਰ ਕੀਤਾ ਸੀ, ਸਨਅਤੀ ਕੇਂਦਰ ਲੁਧਿਆਣਾ ਦੇ ਵਿੱਚ ਇੱਕ ਸਕੂਲ ਹੈ, ਉਸ ਸਕੂਲ ਦੀ ਛੱਤ ਤੇ ਸੋਲਰ ਪਲਾਂਟ ਵੀ ਲੱਗਿਆ ਹੋਇਆ। ਮਤਲਬ ਕਮਰੇ ਚੰਗੇ ਨੇ, ਸਟਾਫ ਚੰਗਾ ਹੈ, ਗਰਾਊਂਡ ਚੰਗੇ ਨੇ, ਉਹ ਵੀ ਬੜਾ ਆਦਰਸ਼ ਸਕੂਲ ਹੈ। ਸੋ ਆਦਰਸ਼ ਸਕੂਲਾਂ ਦੀ ਗਿਣਤੀ ਨੂੰ ਲੈ ਕੇ ਆંકੜੇ ਨਾ ਦਿੱਲੀ ਨੇ ਕਦੀ ਦਿੱਤੇ, ਨਾ ਭਗਵੰਤ ਮਾਨ ਜੀ ਨੇ ਪੰਜਾਬ ਦੇ ਜਾਰੀ ਕੀਤੇ। ਸਵਾਲ ਇੱਥੋਂ ਖੜਾ ਹੁੰਦਾ ਕਿ ਟਰਾਂਸਪੇਰੈਂਸੀ ਨਹੀਂ ਹੈ ਕਿ ਆਦਰਸ਼ ਸਕੂਲ ਕਿਉਂ ਨੇ ਤੇ 1100 ਸਕੂਲਾਂ 'ਚ ਪ੍ਰਿੰਸੀਪਲ ਕਿੰਨਿਆਂ 'ਚ ਨੇ, ਕਿੰਨਿਆਂ 'ਚ ਨਹੀਂ ਨੇ। ਇਹ ਆંકੜੇ ਵੀ ਜਾਰੀ ਕਰ ਦੇਣੇ ਚਾਹੀਦੇ ਸੀ, ਮੈਨੂੰ ਲੱਗਦਾ। ਡੱਲਾ ਜੀ, ਤੁਹਾਡਾ ਜਿਹੜਾ ਸਵਾਲ ਬੜਾ ਵਾਜਬ ਆ। ਹੁਣ ਤੁਸੀਂ ਸਭ ਤੋਂ ਪਹਿਲਾਂ ਦੇਖੋ, ਨਾ ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਦਿੱਲੀ ਦੇ ਸਾਰੇ ਸਕੂਲਾਂ ਦੀ ਕਾਇਆ ਪਲਟ ਗਈ ਆ। ਇਹ ਸਾਨੂੰ ਆਪਣੇ ਆਪ 'ਚ ਹੀ ਬਣ ਕੇ ਇਦਾਂ ਨਹੀਂ ਚੱਲਣਾ ਚਾਹੀਦਾ। ਨਹੀਂ, ਪਰ ਭਗਵੰਤ ਮਾਨ ਜੀ ਤਾਂ ਮੰਨ ਰਹੇ ਨੇ। ਉਹ ਕਹਿੰਦੇ ਦਿੱਲੀ ਦੇ ਸਕੂਲ ਤਾਂ ਮੈਂ ਅਮਰੀਕਾ ਕੈਨੇਡਾ ਨਾਲ ਤੁਲਨਾ ਕਰ ਸਕਦਾ, ਮੈਂ ਅਮਰੀਕਾ ਕੈਨੇਡਾ 'ਚ ਦੇਖਿਆ। ਔਰ ਸਾਡਾ ਮੁੱਖ ਮੰਤਰੀ, ਸਾਡਾ ਚੁਣਿਆ ਹੋਇਆ ਮੁੱਖ ਮੰਤਰੀ ਪੰਜਾਬ ਦੇ ਸਕੂਲਾਂ ਦੀ ਬਜਾਏ ਦਿੱਲੀ ਦੇ ਸਕੂਲਾਂ ਨੂੰ ਬਹੁਤ ਤਰਜੀਹ ਦੇ ਰਹੇ ਨੇ। ਹਾਂ, ਮੈਂ ਉਹੀ ਗੱਲ ਕਰ ਰਿਹਾ। ਮੈਂ ਉਸੇ ਗੱਲ ਤੇ, ਕਿਉਂਕਿ ਉਹ ਤਰਜੀਹ ਇਸ ਕਰਕੇ ਦੇਣਗੇ ਕਿਉਂਕਿ ਉਹ ਇਸੇ ਮੁੱਦੇ ਨੂੰ ਲੈ ਕੇ ਆਏ ਨੇ, ਕਿਉਂਕਿ ਉਹ ਤਾਂ ਸਰਕਾਰ 'ਚ ਹੈ ਨਹੀਂ ਸੀਗੇ। ਸਰਕਾਰ ਤਾਂ ਉਹਨਾਂ ਨੂੰ ਬਣੇ ਨੂੰ ਮਹੀਨਾ ਹੋਏ ਆ, ਮਹੀਨੇ 'ਚ ਤਾਂ ਉਹਨਾਂ ਨੇ ਦਸ਼ਾ ਸੁਧਾਰ ਨਹੀਂ ਸੀ ਦੇਣੀ। ਜਦੋਂ ਆਪਾਂ ਲੌਜੀਕਲੀ ਦੇਖੀਏ ਤਾਂ ਉਹਨਾਂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਜੋ ਦਹਾਕਿਆਂ ਤੋਂ ਚਾਹੇ ਸਕੂਲ ਸਿਸਟਮ ਦਾ ਜਾਂ ਬਾਕੀ ਸਿਸਟਮ ਦਾ ਜੋ ਖਰਾਬਾ ਕੀਤਾ, ਉਸੇ ਚੀਜ਼ ਨੂੰ ਤਾਂ ਕਹਿ ਰਹੇ ਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਿਹੜਾ ਬੇੜਾ ਗਰਕ ਆ। ਹਾਂ, ਮੈਂ ਇਹ ਵੀ ਗੱਲ ਮੰਨ ਕੇ ਚੱਲਦਾ ਕਿ ਕੁਝ ਸਕੂਲ ਜਿਹੜੇ ਆ ਉਹ ਵਧੀਆ ਹੋ ਸਕਦੇ ਨੇ, ਉਹਨਾਂ ਦੇ ਰਿਜ਼ਲਟ ਵਧੀਆ ਹੋ ਸਕਦੇ ਨੇ, ਪਰ ਕੀ ਉਹ ਸਾਰੇ ਪਾਸਿਓਂ ਸਾਰੇ ਐਸਪੈਕਟਸ ਤੋਂ ਠੀਕ ਹੈ? ਕੀ ਉੱਥੇ ਇਨਫਰਾਸਟ੍ਰਕਚਰ ਠੀਕ ਹੈ? ਕੀ ਉੱਥੇ ਪਲੇਗਰਾਉਂਡਸ ਠੀਕ ਹੈ? ਕੀ ਉੱਥੇ ਦੇ ਰਿਜ਼ਲਟਸ ਠੀਕ ਹੈ? ਕੀ ਉੱਥੇ ਦੇ ਟੀਚਰਸ ਪੂਰੇ ਨੇ? ਕੀ ਉੱਥੇ ਦੇ ਪ੍ਰਿੰਸੀਪਲਸ ਪੂਰੇ ਨੇ? ਇਹ ਇੱਕ ਐਸਪੈਕਟ ਨਹੀਂ ਹੁੰਦਾ ਇੱਕ ਸਕੂਲ ਦਾ, ਕਈ ਐਸਪੈਕਟਸ ਹੁੰਦੇ ਨੇ। ਇਸੇ ਤਰ੍ਹਾਂ ਕਈ ਐਸਪੈਕਟਸ ਤੋਂ ਕੁਝ ਦਿੱਲੀ ਦੇ ਸਕੂਲ ਵਧੀਆ ਹੋ ਸਕਦੇ ਨੇ। ਆਪਸ ਦੇ ਵਿੱਚ ਇੱਕ ਪਾਰਟੀ ਦੀ ਸਰਕਾਰ ਆ, ਉਹ ਦਿੱਲੀ ਵੀ ਸਰਕਾਰ ਆ, ਉਹ ਪੰਜਾਬ ਦੇ ਵਿੱਚ ਵੀ ਸਰਕਾਰ ਬਣਦੀ ਆ। ਜੇ ਆਪਸ ਦੇ ਵਿੱਚ ਰਲ ਕੇ ਉਹਨਾਂ ਚੀਜ਼ਾਂ ਨੂੰ ਇੰਪਰੂਵ ਕਰ ਲੈਣਗੇ, ਉਹ ਤਾਂ ਸਮੇਂ ਦਾ ਇੰਤਜ਼ਾਰ ਤਾਂ ਕਰੀਏ ਆਪਾਂ ਕਿ ਆਪਸ ਦੇ ਵਿੱਚ ਇੱਕ MOU ਸਾਈਨ ਹੋਇਆ, ਇਸ MOU ਦਾ ਬਣਦਾ ਕੀ ਹੈ? ਜੇ ਸਮਾਂ ਹੀ ਨਹੀਂ ਦੇਵਾਂਗੇ ਉਸ MOU ਨੂੰ, ਇਹ ਤਾਂ ਹੈ ਨਹੀਂ ਕਿ ਅਸੀਂ ਆਪਣਾ ਕੋਈ ਸਰੈਂਡਰ, ਜਿਹੜੇ ਆਪਣੇ ਰਾਈਟਸ ਆ ਕੋਈ ਬਾਹਰਲੇ ਮੁਲਕ ਨੂੰ ਕਰਤੇ ਆ। ਸੋ ਇਸ ਕਰਕੇ ਬਹੁਤ ਜਲਦਬਾਜ਼ੀ ਆ। ਮੈਂ ਇਸੇ ਚੀਜ਼ ਨੂੰ ਬਾਰ-ਬਾਰ ਦੁਹਰਾ ਰਿਹਾ। ਜੀ ਡੱਲਾ ਜੀ, ਇੱਕ ਧਾਰਨਾ ਬਣ ਗਈ। ਦੇਖੋ, ਇੱਕ ਧਾਰਨਾ ਇਹ ਬਣੀ ਹੈ ਕਿ ਪੰਜਾਬ ਦੇ ਸਕੂਲਾਂ ਨੂੰ ਛੋਟਾ ਕਰਕੇ ਦਿਖਾਇਆ ਗਿਆ ਕਿ ਦਿੱਲੀ ਦੇ ਸਕੂਲ ਹੀ ਸਭ ਤੋਂ ਜ਼ਿਆਦਾ ਚੰਗੇ ਨੇ। ਕੀ ਇਹਦੇ ਪਿੱਛੇ ਆਮ ਆਦਮੀ ਪਾਰਟੀ ਦੀ ਮਾਰਕੀਟਿੰਗ ਦੀ ਨੀਤੀ ਤਾਂ ਨਹੀਂ? ਮੈਂ ਫਿਰ ਉਸੇ ਸਵਾਲ ਤੇ ਆਉਂਗਾ। ਮਨਜਿੰਦਰ ਸਿਰਸਾ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਪ੍ਰਤਾਪ ਬਾਜਵਾ ਨੇ ਗੱਲਾਂ ਕੀਤੀਆਂ, ਉਹਨਾਂ ਦੇ ਵਿੱਚੋਂ ਇਹੀ ਗੱਲ ਨਿਕਲੀ ਹੈ ਵੀ ਆਮ ਆਦਮੀ ਪਾਰਟੀ ਦਿੱਲੀ ਦੇ ਸਕੂਲਾਂ ਦੀ ਲਿਸਟ ਤਾਂ ਜਾਰੀ ਕਰਦੇ, 1100 ਤਾਂ ਸਕੂਲ ਹੈ, 20,500 ਸਕੂਲ ਹੈ। ਉਹ ਕਹਿੰਦੇ ਵੀ ਥੋੜੇ ਜਿਹੇ ਚੁਣਿੰਦਾ ਸਕੂਲਾਂ ਨੂੰ ਦਿਖਾ ਕੇ
ਮਾਰਕੀਟਿੰਗ ਕੀਤੀ ਜਾ ਰਹੀ ਹੈ। ਦੇਖੋ ਇਹਦੇ 'ਚ ਤਾਂ ਕੋਈ ਦੋ ਰਾਏ ਨਹੀਂ। ਨਰਿੰਦਰ ਮੋਦੀ ਜੀ ਵੀ ਮਾਰਕੀਟਿੰਗ ਦੀ ਕਲਾ ਦੇ ਮਾਹਰ ਨੇ, ਅਰਵਿੰਦ ਕੇਜਰੀਵਾਲ ਜੀ ਵੀ ਮਾਰਕੀਟਿੰਗ ਦੀ ਕਲਾ ਦੇ ਮਾਹਰ ਨੇ। ਅਸੀਂ ਕਿੰਨਾ ਕੁਝ ਦੇਖਿਆ ਕਿ ਹੁਣ ਸਕੂਲਾਂ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੀ ਮਾਰਕੀਟਿੰਗ ਦਾ ਜਾਦੂ ਚੱਲੂਗਾ। ਮੈਂ ਬਸ ਆਹ ਜਵਾਬ ਜਾਣਨਾ। ਮਾਰਕੀਟਿੰਗ ਦੇ ਕਿਹੜੇ ਪੋਲੀਟੀਸ਼ੀਅਨ ਮਾਹਰ ਨਹੀਂ ਹੈਗੇ? ਸਾਨੂੰ ਜਰਾ ਘੱਟੋ ਘੱਟ ਉਹਨਾਂ ਬਾਰੇ ਪਤਾ ਲੱਗ ਜੇ। ਕਿ ਸੁਖਬੀਰ ਸਿੰਘ ਬਾਦਲ ਹੁਣੀ ਇਸ਼ਤਿਹਾਰ ਨਹੀਂ ਸੀ ਦਿੰਦੇ? ਕਿ ਪ੍ਰਤਾਪ ਸਿੰਘ ਬਾਜਵਾ ਦੀ ਸਰਕਾਰ ਜਿਹੜੀ ਕਾਂਗਰਸ ਦੀ ਸੀ ਉਹ 5 ਸਾਲ ਰਹੀ ਆ, ਉਹ ਇਸ਼ਤਿਹਾਰ ਨਹੀਂ ਸੀ ਦਿੰਦੇ? ਕਿਹੜੀ ਪਾਰਟੀ ਹੈ? ਭਾਜਪਾ ਦੇ ਜਿਹੜੇ ਆਗੂ ਲੱਗੇ ਹੋਣੇ, ਮਨਜਿੰਦਰ ਸਿੰਘ ਸਿਰਸਾ, ਕੀ ਇਹਨਾਂ ਦੀ ਕੇਂਦਰ ਸਰਕਾਰ ਗੁਜਰਾਤ ਮਾਡਲ ਵੇਚ ਕੇ ਅੱਗੇ ਨਹੀਂ ਆਈ? ਇਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ? ਔਰ ਉੱਥੇ ਵੀ ਤੁਸੀਂ ਜਾਓ ਤੇ ਕਿੰਨੇ ਇਲਾਕੇ ਨੇ ਗੁਜਰਾਤ ਦੇ ਵਿੱਚ, ਚਾਹੇ ਉਹਨਾਂ ਦੇ ਸਕੂਲਾਂ ਦੀ ਗੱਲ ਕਰ ਲਓ, ਚਾਹੇ ਉੱਥੋਂ ਦੇ ਬੱਚਿਆਂ ਦੀ ਪੋਸ਼ਣ ਦੀ ਗੱਲ ਕਰ ਲਓ, ਨਿਊਟ੍ਰੀਸ਼ਨ ਦੀ ਗੱਲ ਕਰ ਲਓ, ਕਿੰਨੀ ਵਾਰੀ ਸਾਨੂੰ ਪਤਾ ਲੱਗਾ ਕਿ ਉੱਥੇ ਸਾਰਾ ਕੁਝ ਨਹੀਂ ਠੀਕ ਹੈ। ਕੋਈ ਵੀ ਸਟੇਟ ਇਹ ਕਹਿ ਦੇਣੀ ਕਿ ਪਰਫੈਕਟ ਹੋਵੇ ਹਰੇਕ ਖੇਤਰ ਦੇ ਵਿੱਚ, ਉਹ ਡੱਲਾ ਜੀ ਸੰਭਵ ਨਹੀਂ ਹੈ। ਲੇਕਿਨ ਕੁਝ ਕੁ ਜੇ ਉਹਦੇ ਮਾਪਦੰਡ ਚੰਗੇ ਨੇ ਤਾਂ ਉਹਨੂੰ ਅਪਣਾਉਣ ਦੇ ਵਿੱਚ, ਕਿਉਂਕਿ ਦੇਖੋ ਤੁਸੀਂ ਭਗਵੰਤ ਮਾਨ ਦੀ ਆਪਾਂ ਗੱਲ ਕਰ ਰਹੇ ਹਾਂ, ਭਗਵੰਤ ਮਾਨ ਤਾਂ ਉਹੀ ਕੁਝ ਕਹਿ ਰਿਹਾ ਜੋ ਪਿਛਲੇ ਦਹਾਕਿਆਂ 'ਚ ਹੋ ਰਿਹਾ। 92 ਸੀਟਾਂ ਲੋਕਾਂ ਨੇ ਕਿਉਂ ਦਿੱਤੀਆਂ ਉਹਨਾਂ ਨੂੰ? ਇਸੇ ਕਰਕੇ ਤਾਂ ਦਿੱਤੀਆਂ ਕਿ ਪਿਛਲੇ ਦਹਾਕਿਆਂ ਦੇ ਵਿੱਚ ਜਿਹੜੀਆਂ ਸਰਕਾਰਾਂ ਰਹੀਆਂ ਨੇ ਉਹਨਾਂ ਨੇ ਕੁਝ ਨਹੀਂ ਕੀਤਾ ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਉਹ ਸਿਹਤ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਇਕਨੋਮੀ ਦੇ ਖੇਤਰ ਦੇ ਵਿੱਚ ਹੋਵੇ, ਚਾਹੇ ਪਾਵਰ ਸੈਕਟਰ ਦੇ ਜਿਹੜੇ ਖੇਤਰ ਦੇ ਵਿੱਚ ਹੋਵੇ। ਜਦੋਂ ਇਹਨਾਂ ਚੀਜ਼ਾਂ ਤੇ ਨਹੀਂ ਹੋਏ ਤਿੱਦੇ ਤੇ ਇਸ ਸਰਕਾਰ ਨੂੰ ਲੈ ਕੇ ਆਂਦਾ ਤੇ ਉਹ ਆਪਣੇ ਤਰੀਕੇ ਨਾਲ ਕੁਝ ਕਰਨਾ ਚਾਹੁੰਦੇ ਆ। ਤੇ ਜੇ ਤੁਸੀਂ ਕਰਨੇ ਨਹੀਂ ਦੋਗੇ, ਕੋਈ MOU ਸਾਈਨ ਕਰਦੇ ਹੋ, ਸਿਰਫ ਉਸ ਤੇ ਉਂਗਲਾਂ ਹੀ ਉਠਾਉਣੀਆਂ ਤੁਸੀਂ। ਦੇਖੋ ਲੋਕ ਬਹੁਤ ਸਾਰੇ ਸਵਾਲ ਕਰਦੇ ਹੋਣਗੇ, ਇਹ ਤਾਂ ਠੀਕ ਹੈ, ਪਰ ਨਾਲ ਦੀ ਨਾਲ ਉਹਨਾਂ ਨਾਲ ਉਹ ਸਾਰੇ ਲੋਕ ਖੜੇ ਆ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਦਿੱਤੀਆਂ, ਜਿਹੜੇ ਉਹਨਾਂ ਨੂੰ ਮੌਕਾ ਦੇਣਾ ਚਾਹੁੰਦੇ ਆ, ਜਿਹੜੇ ਘੱਟੋ ਘੱਟ ਕਹਿੰਦੇ ਇਹੀ ਲੋਕ ਆ ਜਿਹੜੇ ਕਹਿੰਦੇ ਸੀ ਸਾਡਾ ਹਨੀਮੂਨ ਪੀਰੀਅਡ ਤਾਂ ਪੂਰਾ ਹੋ ਲੈਣ ਦਿਓ। ਲੇਕਿਨ ਇਹਨਾਂ ਨੂੰ ਤੁਸੀਂ ਹਨੀਮੂਨ ਪੀਰੀਅਡ ਬਿਲਕੁਲ ਨਹੀਂ ਦੇਣਾ ਚਾਹੁੰਦੇ, ਕਿਉਂਕਿ ਤੁਸੀਂ ਨੌਲੇਜ ਸ਼ੇਅਰ ਕਰਤੀ, ਜਾਣਕਾਰੀ ਸ਼ੇਅਰ ਕਰਤੀ। ਉਹ ਕਿਸ ਤਰ੍ਹਾਂ ਦੀ ਜਾਣਕਾਰੀ ਸ਼ੇਅਰ ਕਰਤੀ ਇਹ ਨਹੀਂ ਤੁਸੀਂ ਦੱਸਣਾ, ਲੇਕਿਨ ਤੁਸੀਂ ਉਸ ਨੂੰ ਇੱਕ ਸਿਆਸੀ ਮੁੱਦਾ ਬਣਾਉਣਾ। ਔਰ ਹਜੇ ਤੱਕ ਮੈਨੂੰ ਦੱਸਾਂ, ਮੈਂ ਪ੍ਰਤਾਪ ਬਾਜਵਾ ਨੂੰ ਵੀ ਕਹੂੰਗਾ ਜਾਂ ਸੁਖਬੀਰ ਸਿੰਘ ਬਾਦਲ ਨੂੰ, ਸਾਨੂੰ ਇਹ ਦੱਸੋ ਵੀ ਉਹ ਕਿਹੋ ਜਿਹੀ ਜਾਣਕਾਰੀ ਹੈ ਜਿਹੜੀ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਉਹ ਸਰੈਂਡਰ ਕਰਨ ਦੇ ਨਾਲ ਹੱਕ ਸਰੈਂਡਰ ਹੋ ਜਾਣੇ ਆ। ਉਹ ਸਾਨੂੰ ਇਹ ਜ਼ਰੂਰ ਸਮਝਾਉਣ। ਲੀਡਰ ਸਿਆਸੀ ਟਿੱਪਣੀਆਂ ਕਰਨੀਆਂ, ਸਟੇਟਮੈਂਟ ਕਰਨੀਆਂ ਤਾਂ ਬਹੁਤ ਸੌਖੀਆਂ ਨੇ ਜੀ ਡੱਲਾ ਜੀ। ਬਿਲਕੁਲ ਠੀਕ ਹੈ ਜੀ, ਪਰ ਇੱਕ ਸਵਾਲ ਮੇਰੇ ਜ਼ਿਹਨ 'ਚ ਹਜੇ ਵੀ ਫਸਿਆ ਹੋਇਆ ਕਿ ਦਿੱਲੀ ਦੇ ਆਦਰਸ਼ ਸਕੂਲਾਂ ਦੀ ਲਿਸਟ ਨਹੀਂ ਕਦੀ ਜਾਰੀ ਹੋਈ। ਇਹ ਜਾਰੀ ਹੋਣੀ ਬੜੀ ਜ਼ਰੂਰੀ ਸੀ। ਪਹਿਲਾਂ 10 ਦਿੰਦੇ ਇਸ਼ਤਿਹਾਰ ਦੇ ਕੇ, ਕਿਉਂਕਿ ਇਸ਼ਤਿਹਾਰ ਬਹੁਤ ਛਪ ਰਹੇ ਨੇ ਵੀ ਸਾਡੇ 50, 60, 70, 100, 80, 200, 1000 ਇਹ ਸਾਰੇ ਸਕੂਲ ਆਦਰਸ਼ ਨੇ। ਕਿਉਂਕਿ ਇਹ ਵੀ ਮੈਂ ਸੁਣਿਆ ਕਹਿੰਦੇ ਮਾਰਕੀਟਿੰਗ ਦਾ ਜਾਦੂ ਇਹੋ ਜਿਹਾ ਹੁੰਦਾ ਰੰਧਾਵਾ ਜੀ ਕਿ ਹੁਣ ਪੰਜਾਬ 'ਚ 117 ਹਲਕਿਆਂ 'ਚ ਸਕੂਲ, ਇੱਕ ਸਕੂਲ ਚੁਣੇ ਜਾਣੇ ਨੇ, ਉਹ ਸਕੂਲਾਂ ਤੇ ਕੰਮ ਹੋਣਾ 117 ਤੇ 117 ਕ ਮੁਹੱਲਾ ਕਲੀਨਿਕਾਂ ਤੇ ਕੰਮ ਹੋਣਾ, ਤੇ ਫਿਰ ਉਹ ਦਿਖਾ ਕੇ ਫਿਰ ਅਗਲੀ ਗੱਲ ਤੁਰਨੀ ਹੈ। 16,000 ਮੁਹੱਲਾ ਕਲੀਨਿਕ ਬਣਨੇ ਨੇ। ਕਹਿੰਦੇ ਸਾਡੀਆਂ ਬਹੁਤ ਸਾਰੀਆਂ ਡਿਸਪੈਂਸਰੀਆਂ, ਸਾਡੇ ਮੁੱਢਲੇ ਸਿਹਤ ਕੇਂਦਰ ਆਉਂਦੇ ਸਮੇਂ 'ਚ ਕਹਿੰਦੇ ਸਾਰਿਆਂ ਤੇ ਬੋਰਡ ਇਹੀ ਲੱਗਣੇ ਨੇ, ਮੁਹੱਲਾ ਕਲੀਨਿਕ। ਚਲੋ ਸਿਆਸਤ ਹੈ, ਸਾਰੀਆਂ ਪਾਰਟੀਆਂ ਆਪਣੇ ਆਪਣੇ ਤਰ੍ਹਾਂ ਦੀ ਸਿਆਸਤ ਕਰਦੀਆਂ ਨੇ। ਕਾਂਗਰਸ ਨੇ ਆਪਣੀ ਤਰ੍ਹਾਂ ਦੀ ਸਿਆਸਤ ਕੀਤੀ, ਮੋਦੀ ਸਾਹਿਬ ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ, BJP ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ, ਅਕਾਲੀ ਦਲ ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ, ਤੇ ਆਮ ਆਦਮੀ ਪਾਰਟੀ ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ। ਸੋ ਸਿਆਸਤ ਚੱਲਦੀ ਰਹਿਣੀ ਹੈ। ਉਧਰ ਨਵਜੋਤ ਸਿੰਘ ਸਿੱਧੂ ਔਰ ਪ੍ਰਸ਼ਾਂਤ ਕਿਸ਼ੋਰ ਦੀ ਆਪਣੀ ਤਰ੍ਹਾਂ ਦੀ ਸਿਆਸਤ ਹੈ। ਪ੍ਰਸ਼ਾਂਤ ਕਿਸ਼ੋਰ ਦੱਸਦੇ ਨੇ ਵੀ ਸਰਕਾਰਾਂ ਬਣਦੀਆਂ ਕਿਵੇਂ ਨੇ। ਉਹਨਾਂ ਨੇ ਬਾਰੀ-ਬਾਰੀ ਕਈ ਪੋਲੀਟੀਕਲ ਪਾਰਟੀਆਂ ਦੀਆਂ ਸਰਕਾਰਾਂ ਬਣਾਤੀਆਂ। ਹੁਣ ਕਹਿੰਦੇ ਗੱਲ ਉਹਨਾਂ ਦੀ ਕਾਂਗਰਸ ਦੇ ਨਾਲ ਸਿਰੇ ਨਹੀਂ ਚੜੀ। ਡੱਲਾ ਜੀ ਮੈਂ ਇੱਕ ਵਾਰ ਪੁਰਾਣੀ ਉਸ ਗੱਲ ਤੇ ਇੱਕ ਹੀ ਕਰਨਾ, ਕਿਉਂਕਿ ਤੁਸੀਂ ਸੂਚੀ ਦੀ ਗੱਲ ਕੀਤੀ ਸੀ, ਮੈਂ ਮਾਫੀ ਚਾਹੁੰਦਾ ਤੁਹਾਡੇ ਤੋਂ। ਆਪਾਂ ਪ੍ਰਸ਼ਾਂਤ ਕਿਸ਼ੋਰ ਹੋਣਾ ਵੱਲ ਜ਼ਰੂਰ ਚੱਲਾਂਗੇ। ਇਹ ਲਿਸਟਾਂ ਮੰਗਦੇ ਨੇ, ਇਹ ਜਿਹੜੇ ਲਿਸਟਾਂ ਮੰਗਦੇ ਨੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਕਾਂਗਰਸ ਦੀਆਂ ਵੀ ਲਿਸਟਾਂ ਮੰਗ ਲਓ ਕਿ ਤੁਸੀਂ ਕੀ ਸਕੂਲਾਂ ਲਈ ਕੀਤਾ, ਜਰਾ ਕਿ ਆਪਣੀਆਂ ਲਿਸਟਾਂ ਵੀ ਦਿਖਾ ਦੇਣ। ਤੇ ਸੁਖਬੀਰ ਬਾਦਲ ਹੁਣੀ 10 ਸਾਲਾਂ ਦੀ ਲਿਸਟਾਂ ਵੀ ਦਿਖਾ ਦੇਣ ਵੀ ਅਸੀਂ ਇਹਨਾਂ ਲਈ ਕੀਤਾ, ਤੇ ਫਿਰ ਉਹਨਾਂ ਤੋਂ ਵੀ ਲਿਸਟਾਂ ਮੰਗ ਲਓ। ਕਾਊਂਟਰ ਸਵਾਲ ਇਹ ਕਰਦੇ ਨੇ ਲੋਕ। ਦੇਖੋ ਲੋਕ ਕਹਿ ਰਹੇ ਨੇ ਨਹੀਂ ਬਿਲਕੁਲ ਸਾਡਾ ਆਹ ਸਕੂਲ ਚੰਗਾ, ਲੋਕ ਕਹਿ ਰਹੇ ਨੇ ਸਾਡੇ ਆਹ ਸਕੂਲ ਚੰਗੇ ਨੇ। ਹਾਂਜੀ ਬਿਲਕੁਲ ਡੱਲਾ ਜੀ, ਲੋਕਾਂ ਨੇ ਬਿਲਕੁਲ ਠੀਕ ਹੈ, ਲੋਕ ਕਹਿ ਰਹੇ, ਲੋਕਾਂ ਨੇ ਤਾਂ ਫਤਵਾ ਵੀ ਦਿੱਤਾ। ਫਿਰ ਲੋਕਾਂ ਦੀ ਜੇ ਗੱਲ ਹੀ ਮੰਨਣੀ ਹੈ ਤੇ ਫਿਰ ਫਤਵੇ ਨੂੰ ਵੀ ਮੰਨ ਲਓ। ਬਿਲਕੁਲ, ਜਿਨ੍ਹਾਂ ਨੇ ਸਿਰਫ ਹਜੇ ਮਹੀਨਾ ਪਹਿਲਾਂ ਹੀ ਫਤਵਾ ਦਿੱਤਾ, ਤੁਸੀਂ ਉਹ ਕਿਉਂ ਭੁੱਲ ਜਾਂਦੇ ਹੋ? ਇਹ ਲੋਕ, ਸੋ ਇਹ ਲੋਕ ਨੇ ਜਿਹੜੇ ਇਹ ਹਰ ਚੀਜ਼ ਨੂੰ ਸਿਆਸੀ ਬਣਾਉਣਾ ਚਾਹੁੰਦੇ ਆ। ਇਹੀ ਭਗਵੰਤ ਮਾਨ ਦੀ ਸਰਕਾਰ, ਇਹੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਬੁਰੀ ਤਰ੍ਹਾਂ ਐਕਸਪੋਜ਼ ਹੋਊਗੀ ਜੇ MOU ਸਾਈਨ ਕਰਨ ਤੋਂ ਬਾਅਦ ਵੀ ਪੰਜਾਬ ਦੇ ਸਕੂਲਾਂ ਦੀ ਜਾਂ ਜਿਹੜੇ ਮੈਂ 18 ਡਿਪਾਰਟਮੈਂਟ ਦੱਸਿਆ ਉਹਨਾਂ ਦੀ ਦਸ਼ਾ ਨਹੀਂ ਸੁਧਾਰੂਗੀ। ਸਿਰਫ MOU ਕਾਗਜ਼ਾਂ ਤੇ ਰਹਿ ਜਾਏਗਾ ਤੇ ਲੋਕ ਉਸ ਚੀਜ਼ ਦਾ ਇੰਤਜ਼ਾਰ ਕਰਨਗੇ। ਇਹਨਾਂ ਨੂੰ ਵੀ ਇੰਤਜ਼ਾਰ ਕਰਨਾ ਚਾਹੀਦਾ ਜੀ ਡੱਲਾ। ਬਿਲਕੁਲ ਠੀਕ ਹੈ,
ਪਰ ਸਕੂਲ ਬਣਾ ਦੇਣੇ ਨੇ ਇਹਨੇ। ਜੇ ਉਹਨਾਂ ਦੀ ਥਾਂ ਤੇ ਰੰਧਾਵਾ ਜੀ ਤੁਸੀਂ ਜਾਂ ਅਸੀਂ ਹੁੰਦੇ, ਅਸੀਂ ਵੀ ਬਣਾ ਦੇਣੇ ਸੀ। ਜਦੋਂ ਅਸੀਂ ਕੋਈ ਮਿੱਥ ਕੇ ਕੰਮ ਕਰਦੇ ਆ ਨਾ, ਉਹ ਕੰਮ ਹੋ ਜਾਂਦਾ ਹੈ। ਹਾਂ, ਜੀ ਕੁਝ ਲੋਕਾਂ ਨੂੰ ਮਾਰਕੀਟਿੰਗ ਕਰਨ ਦਾ ਤਜਰਬਾ ਬਹੁਤ ਜ਼ਿਆਦਾ ਹੁੰਦਾ ਹੈ। ਮੈਂ ਇਹ ਜ਼ਰੂਰ ਕਹੂੰਗਾ ਕਿ ਸੁਖਬੀਰ ਬਾਦਲ ਤੇ ਪੰਜਾਬ ਵਾਲੇ ਕਾਂਗਰਸੀ ਜਾਂ ਆਲ ਇੰਡੀਆ ਕਾਂਗਰਸ ਵਾਲੇ ਇਹ ਮਾਰਕੀਟਿੰਗ 'ਚ ਕਮਜ਼ੋਰ ਨੇ। ਨਰਿੰਦਰ ਮੋਦੀ ਸਾਹਿਬ ਔਰ ਕੇਜਰੀਵਾਲ ਸਾਹਿਬ ਤੋਂ ਵੱਡੀ ਮਾਰਕੀਟਿੰਗ ਦਾ ਹੁਨਰ ਇਸ ਟਾਈਮ ਕਿਸੇ ਕੋਲੇ ਨਹੀਂ ਹੈ। ਇਹ ਮੈਨੂੰ ਲੱਗਦਾ, ਇਹ ਮੈਨੂੰ ਪੂਰਨ ਵਿਸ਼ਵਾਸ ਹੈ। ਹੁਣ ਸਿੱਧੂ ਔਰ ਪ੍ਰਸ਼ਾਂਤ ਕਿਸ਼ੋਰ ਦੀ ਤਸਵੀਰ ਜਾਰੀ ਹੋਈ ਹੈ, ਮੀਟਿੰਗ ਹੋਈ ਹੈ, ਆਪਸ 'ਚ ਕੀ ਗੱਲਾਂ ਸਾਂਝੀਆਂ ਹੋਈਆਂ ਹੋਣੀਆਂ, ਜਾਂ ਸਿਰਫ ਚਾਹ ਕੌਫੀ ਕੋਲਡ ਡਰਿੰਕ ਜਾਂ ਹਲਕਾ ਫੁਲਕਾ ਜਿਹਨੂੰ ਸਨੈਕਸ ਕਹਿੰਦੇ ਅੱਜ ਕੱਲ, ਉੱਥੇ ਹੀ ਗੱਲ ਮੁੱਕ ਗਈ। ਦੇਖੋ ਇਹਦੀ ਗੱਲ ਪਹਿਲਾਂ ਮੈਂ ਥੋੜਾ ਜਿਹਾ ਇਹਦਾ ਬੈਕਗਰਾਉਂਡ ਦੱਸਣਾ ਚਾਹੂੰਗਾ ਕਿ ਪਿਛਲੇ ਦਿਨਾਂ ਤੋਂ, ਬੜੇ ਦਿਨਾਂ ਤੋਂ ਪੀਕੇ, ਜਿਨ੍ਹਾਂ ਨੂੰ ਪ੍ਰਸ਼ਾਂਤ ਕਿਸ਼ੋਰ ਆ, ਜਿਹੜੇ ਪੋਲੀਟੀਕਲ ਸਟ੍ਰੈਟਜਿਸਟ ਨੇ, ਉਹ ਰਣਨੀਤੀਕਾਰ ਨੇ ਔਰ ਸਨ 2014 ਤੋਂ ਲਗਾਤਾਰ ਐਕਟਿਵ ਨੇ, ਤੇ ਵੱਖਰੀਆਂ ਪਾਰਟੀਆਂ ਨੇ ਉਹਨਾਂ ਨੇ ਰਣਨੀਤੀਆਂ ਬਣਾਈਆਂ, ਉਹਨਾਂ ਨੂੰ ਜਿਤਾਇਆ, ਹਮੇਸ਼ਾ ਹੀ ਜਿਤਾਇਆ, ਸਿਵਾਏ ਇੱਕ ਅਪਵਾਦ ਤੋਂ। ਉਹ ਜਿਹੜਾ ਸਨ 2017 ਦੇ ਵਿੱਚ ਕਾਂਗਰਸ ਲਈ ਉਹ ਰਣਨੀਤੀ ਬਣਾਈ, ਉਹ ਕਾਂਗਰਸ ਹਾਰ ਗਈ ਸੀ, ਬੁਰੀ ਤਰ੍ਹਾਂ ਹਾਰੀ ਸੀ, ਇਹ ਵੀ ਆਪਾਂ ਨੂੰ ਪਤਾ। ਖੈਰ, ਜ਼ਿਆਦਾਤਰ ਜਿਹੜੇ ਉਹਨਾਂ ਨੇ ਜਿੰਨੇ ਵੀ ਪ੍ਰੋਜੈਕਟ ਲਏ ਆ ਉਹ ਕਾਮਯਾਬ ਹੋਇਆ। ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਡੱਲਾ ਜੀ, ਕਿ ਉਹਨਾਂ ਦੀ ਗੱਲ ਚੱਲ ਰਹੀ ਸੀ ਕਿ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ। ਸਨ 2024 ਦਾ ਜਿਹੜਾ ਮਿਸ਼ਨ ਨੂੰ ਲੈ ਕੇ ਉਹਨਾਂ ਨੇ ਕਾਮਯਾਬ ਹੋਣਾ, ਉਹਨਾਂ ਨੇ ਉਸ 'ਚ ਸ਼ਾਮਿਲ ਹੋਣਾ ਸੀ। ਹੁਣ ਪਤਾ ਲੱਗਾ ਕਿ ਕਾਂਗਰਸ ਨੇ ਉਹਨਾਂ ਨੂੰ ਇੱਕ ਆਫਰ ਦਿੱਤੀ ਹੈ ਕਿ ਤੁਸੀਂ ਜਿਹੜਾ ਸਾਡਾ ਇੰਪਾਵਰਡ ਐਕਸ਼ਨ ਗਰੁੱਪ ਆ, ਇੰਪਾਵਰਡ ਐਕਸ਼ਨ ਗਰੁੱਪ ਦੇ ਵਿੱਚ ਸ਼ਾਮਿਲ ਹੋ ਬਤੌਰ ਮੈਂਬਰ, ਜਿਹੜੀ ਉਹਨਾਂ ਨੇ ਨਾ ਕਰਤੀ ਆ। ਇਹ ਨਾ ਆ ਗਈ। ਉਧਰੋਂ ਹੀ ਰਣਦੀਪ ਸਿੰਘ ਸੂਰਜੇਵਾਲਾ, ਜਿਹੜੇ ਉਹਨਾਂ ਦੇ ਨੈਸ਼ਨਲ ਸਪੋਕਸਪਰਸਨ ਨੇ, ਉਹਨਾਂ ਦਾ ਟਵੀਟ ਵੀ ਆ ਗਿਆ। ਉਹ ਕਹਿੰਦੇ ਜੀ ਉਹ ਆਏ ਸੀ, ਸਾਡੀ ਬੜੀ ਵਧੀਆ ਗੱਲ ਹੋਈ, ਪਰ ਉਹਨਾਂ ਨੇ ਨਾ ਕਰਤੀ ਹੈ। ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਗੱਲ ਇੱਥੇ ਖਤਮ ਹੋ ਜਾਂਦੀ ਹੈ ਜਾਂ ਗੱਲ ਅੱਗੇ ਵੀ ਤੁਰਦੀ ਹੈ, ਕਿਉਂਕਿ ਪੋਲਿਟਿਕਸ ਦੇ ਵਿੱਚ ਲੇਅਰ ਦੇ ਪਿੱਛੇ ਬਹੁਤ ਸਾਰੀਆਂ ਹੋਰ ਪਰਤਾਂ ਹੁੰਦੀਆਂ ਨੇ। ਆਉਣ ਵਾਲੇ ਦਿਨਾਂ 'ਚ ਉਹ ਪਰਤਾਂ ਖੁੱਲ ਸਕਦੀਆਂ ਨੇ। ਹੁਣ ਜਿਹੜਾ ਤੁਹਾਡਾ ਮੂਲ ਸਵਾਲ ਆ, ਮੈਂ ਉਸ ਤੇ ਆਉਣਾ, ਉਸ ਅੱਜ ਦੀ ਜਿਹੜੀ ਸਭ ਤੋਂ ਖਾਸ ਤਸਵੀਰ ਆ, ਕਿਉਂਕਿ ਕੁਝ ਘੰਟੇ ਬਾਅਦ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਉਹ ਤਸਵੀਰ ਸਾਂਝੀ ਕੀਤੀ, ਜਿਹਦੇ ਨਾਲ ਉਹ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਬੈਠੇ ਦਿਖਾਈ ਦਿੰਦੇ ਨੇ। ਬੜੇ ਖੁਸ਼ਗਵਾਰ ਮਾਹੌਲ ਦੇ ਵਿੱਚ ਦੋਨੇ ਹੱਸ ਰਹੇ ਨੇ, ਔਰ ਟਵੀਟ ਉਹਨਾਂ ਨੇ ਬੜਾ ਵਧੀਆ ਕੀਤਾ। ਉਹਨਾਂ ਨੇ ਕਿਹਾ, ਓਲਡ ਵਾਈਨ, ਓਲਡ ਗੋਲਡ ਐਂਡ ਓਲਡ ਫਰੈਂਡਸ, ਯਾਨੀ ਕਿ ਪੁਰਾਣੀ ਸ਼ਰਾਬ ਤੇ ਪੁਰਾਣਾ ਸੋਨਾ ਤੇ ਜਿਹੜੇ ਪੁਰਾਣੇ ਦੋਸਤ ਹੁੰਦੇ ਨੇ, ਉਹ ਬਹੁਤ ਅਹਿਮੀਅਤ ਰੱਖਦੇ ਨੇ, ਬਹੁਤ ਬਹੁਮੁੱਲੇ ਹੁੰਦੇ ਨੇ। ਦੇਖੋ, ਇਸ ਤੋਂ ਇੱਕ ਗੱਲ ਬੜੀ ਜ਼ਾਹਿਰ ਹੁੰਦੀ ਆ। ਆਪਾਂ ਨੂੰ ਯਾਦ ਕਰੋ, ਜਦੋਂ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਕਈ ਵਾਰੀ ਸਾਡੇ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਲਗਭਗ 65 ਤੋਂ 70 ਵਾਰੀ ਮੈਨੂੰ ਕਾਲਸ ਆਉਂਦੀਆਂ ਨੇ, ਮੇਰੇ ਨਾਲ ਮੁਲਾਕਾਤ ਕੀਤੀਆਂ ਜਾਂਦੀਆਂ ਨੇ ਸਨ 2017-16 ਤੋਂ ਪਹਿਲਾਂ। ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ ਜੁਆਇਨ ਕਰਦੇ ਨੇ ਪ੍ਰਸ਼ਾਂਤ ਕਿਸ਼ੋਰ ਵੱਲੋਂ। ਔਰ ਪ੍ਰਸ਼ਾਂਤ ਕਿਸ਼ੋਰ, ਆਪਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਨ 2017 ਦੇ ਵਿੱਚ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸਟ੍ਰੈਟਜਿਸਟ ਸੀ, ਰਣਨੀਤੀਕਾਰ ਸੀ। ਲਗਾਤਾਰ ਉਹ ਮੁਲਾਕਾਤਾਂ ਕਰਾਉਂਦੇ ਸੀ। ਉਹਨਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਜੇ ਚੋਣ ਲੜਨੀ ਹੈ ਤੇ ਨਵਜੋਤ ਸਿੰਘ ਸਿੱਧੂ ਨੂੰ ਔਨ ਬੋਰਡ ਲੈ ਕੇ ਆਉਣਾ ਪੈਣਾ, ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰਾਉਣਾ ਪੈਣਾ, ਤਾਂ ਕਿ ਲੋਕਾਂ ਦਾ ਇੱਕ ਭਰਵਾਂ ਹੁੰਗਾਰਾ ਮਿਲੇ। ਇਹ ਉਹਨਾਂ ਨੂੰ ਉਸ ਟਾਈਮ ਪਤਾ ਸੀ। ਲੇਕਿਨ ਉਹ ਜਦੋਂ 5 ਸਾਲ ਬੀਤਦੇ ਨੇ ਤੇ ਜਿਹੜੇ ਹਾਲਾਤ ਨੇ, ਜੋ ਸਿਆਸਤ ਉਹ ਬਦਲ ਜਾਂਦੀ ਹੈ, ਪ੍ਰਸ਼ਾਂਤ ਕਿਸ਼ੋਰ ਆਪਣੇ ਰਾਹ ਤੇ ਹੋ ਜਾਂਦੇ ਆ, ਤੇ ਇਸੇ ਤਰ੍ਹਾਂ ਕਾਂਗਰਸ ਦੇ ਵਿੱਚ ਟੁੱਟ ਭੱਜ ਹੁੰਦੀ ਹੈ, ਉਹ ਵੀ ਆਪਾਂ ਨੂੰ ਪਤਾ। ਲੇਕਿਨ ਅੱਜ ਦੀ ਤਸਵੀਰ ਜਿਹੜੀ ਤੁਸੀਂ ਫੇਰ ਉਹ ਮੂਲ ਗੱਲ ਕੀਤੀ ਹੈ, ਮੈਨੂੰ ਲੱਗਦਾ ਬਹੁਤ ਕੁਝ ਕਹਿੰਦੀ ਆ। ਇੱਕ ਤਾਂ ਜਿਹੜੇ ਕਾਂਗਰਸ ਦੇ ਵਿੱਚ ਲਗਾਤਾਰ ਨਵਜੋਤ ਸਿੰਘ ਸਿੱਧੂ, ਚਾਹੇ ਉਹ ਪਾਰਟੀ 'ਚ ਹੋਣ, ਯਾਨੀ ਪਾਰਟੀ ਦੇ ਕਿਸੇ ਅਹੁਦੇ ਤੇ ਹੋਣ ਜਾਂ ਨਾ ਹੋਣ, ਉਹ ਲਗਾਤਾਰ ਇੱਕ ਵਿਰੋਧ ਵਾਂਗੂ, ਇੱਕ ਵਿਰੋਧੀ ਧਿਰ ਵਾਂਗੂ ਜਾਂ ਵਿਰੋਧੀ ਨੇਤਾ ਵਾਂਗੂ ਪੇਸ਼ ਆ ਰਹੇ ਨੇ। ਜਾਂ ਕਿਤੇ ਧਰਨੇ ਦੇਣੇ ਹੋਣ, ਕੋਈ ਟਵੀਟ ਕਰਨਾ ਹੋਵੇ, ਕੋਈ ਸਟੇਟਮੈਂਟ ਦੇਣੀ ਹੋਵੇ, ਪ੍ਰੈਸ ਕਾਨਫਰੰਸ ਕਰਨੀ ਹੋਵੇ, ਲਗਾਤਾਰ ਸਰਗਰਮ ਨੇ। ਇਸ ਕਰਕੇ ਬਹੁਤ ਸਾਰੇ ਜਿਹੜੀਆਂ ਪਾਰਟੀ ਦੇ ਨੇਤਾਵਾਂ ਦੀਆਂ ਨੀਂਦਾਂ ਵੀ ਉੱਡਦੀਆਂ ਨੇ। ਔਰ ਦੂਸਰੇ ਪਾਸੇ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੂੰ ਜੁਆਇਨ ਨਹੀਂ ਕਰਾਇਆ ਜਾ ਰਿਹਾ ਤੇ ਇੱਕੋ ਦਮ ਥੋੜੇ ਘੰਟਿਆਂ ਬਾਅਦ ਉਹ ਨਵਜੋਤ ਸਿੰਘ ਸਿੱਧੂ ਨਾਲ ਦਿਖਾਈ ਦਿੰਦੇ ਆ, ਇਹਦੇ ਮਤਲਬ ਇਹੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਪੋਸੀਬਲ ਹੋ ਸਕਦਾ। ਕੀ ਨਵਜੋਤ ਸਿੰਘ ਸਿੱਧੂ ਨਵੀਂ ਪਾਰਟੀ ਬਣਾ ਲੈਣਗੇ? ਕੀ ਨਵਜੋਤ ਸਿੰਘ ਸਿੱਧੂ ਦੇ ਰਣਨੀਤੀਕਾਰ ਹੁਣ ਪ੍ਰਸ਼ਾਂਤ ਕਿਸ਼ੋਰ ਹੋ ਸਕਦੇ ਆ? ਜਾਂ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਉਹ ਕੋਈ ਨੈਸ਼ਨਲ ਲੈਵਲ ਤੇ ਵੀ ਕਿਸੇ ਧੜੇ ਨਾਲ ਮਿਲ ਸਕਦੇ ਆ? ਹੋਰ ਵੀ ਵਿਅਕਤੀ, ਇੱਥੋਂ ਤੱਕ ਕਿ ਕੈਸੇ ਤਾਂ ਲੋਕ ਇਹ ਵੀ ਲਾ ਰਹੇ ਆ ਕਿ ਹਲਕਾ ਲਾਂਬਾ, ਜਿਨ੍ਹਾਂ ਦੇ ਪਿੱਛੇ ਨਵਜੋਤ ਸਿੰਘ ਸਿੱਧੂ ਡਟ ਕੇ ਖੜੇ ਹੋ ਗਏ ਆ, ਔਰ ਉਹਨਾਂ ਦੇ ਨਾਲ ਉਹ ਡਟ ਕੇ ਜਾਣਗੇ ਕੱਲ ਜਦੋਂ ਉਹਨਾਂ ਨੂੰ ਥਾਣੇ ਦੇ ਵਿੱਚ ਬੁਲਾਇਆ ਰੋਪੜ ਪੁਲਿਸ ਸਟੇਸ਼ਨ ਨੇ। ਤੇ ਇਸ ਨਾਲ ਵੀ ਬਹੁਤ ਸਾਰੇ ਲੋਕੀ ਮਤਲਬ ਲਾ ਰਹੇ ਆ। ਕਾਂਗਰਸ ਉਹਨਾਂ ਨੂੰ ਸਮਝ ਨਹੀਂ ਪਾ ਰਹੀ ਕਿ ਇਹਨਾਂ ਦਾ ਨਵਜੋਤ ਸਿੰਘ ਸਿੱਧੂ ਦਾ ਕੀ ਕਰੀਏ, ਕਿਉਂਕਿ ਅਮਰਿੰਦਰ ਸਿੰਘ ਰਾਜਾ ਵੜਿੰਗ, ਜਾਂ ਮੈਂ ਪਹਿਲਾਂ ਵੀ ਦੱਸਿਆ ਸੀ, ਪ੍ਰਤਾਪ ਸਿੰਘ ਬਾਜਵਾ, ਇਹ ਇੱਕ ਟ੍ਰੈਡੀਸ਼ਨਲ ਜਿਹੜੇ ਪੋਲੀਟੀਸ਼ੀਅਨਸ ਨੇ,
ਇਹ ਟ੍ਰੈਡੀਸ਼ਨਲ ਸਿਆਸਤ ਕਰਦੇ ਨੇ, ਰਵਾਇਤੀ ਸਿਆਸਤ ਕਰਦੇ ਨੇ। ਨਵਜੋਤ ਸਿੰਘ ਸਿੱਧੂ ਦੀ ਇਹ ਸਿਆਸਤ ਨਹੀਂ ਆ। ਹੁਣ ਇਹ ਅਗਰ ਨਵੀਂ ਜੋੜੀ ਇਕੱਠੀ ਹੁੰਦੀ ਆ ਜਾਂ ਇਹਨਾਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਮੌਕਾ ਮਿਲਦਾ, ਤੇ ਫਿਰ ਮੈਨੂੰ ਲੱਗਦਾ ਕਈ ਕੁਝ ਹੋਰ ਜਿਹੜੇ ਨਵੇਂ ਜਿਹੜੇ ਆ ਉਹ ਨਵੇਂ ਜਿਹੜੇ ਸਮੀਕਰਨ ਆ ਉਹ ਸੰਭਵ ਹੋ ਸਕਦੇ ਨੇ। ਜੀ ਡੱਲਾ ਜੀ। ਇਸ ਤਸਵੀਰ ਤੋਂ ਬਾਅਦ ਕਾਂਗਰਸ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਕਈ ਵਿਰੋਧੀ ਕਾਂਗਰਸ ਦੇ ਵਿੱਚ ਵੀ ਨੇ, ਔਰ ਮੈਂ ਕਈ ਵਾਰੀ ਕਹਿੰਦਾ ਹੁੰਦਾ ਕਿ ਕਾਂਗਰਸ ਨੇ ਵੀ ਨਵਜੋਤ ਸਿੰਘ ਸਿੱਧੂ ਨਾਲ ਪੋਲੀਟੀਕਲੀ ਬੇਵਫਾਈ ਕੀਤੀ ਹੈ ਕਈ ਵਾਰ, ਇਹ ਮੈਨੂੰ ਲੱਗਦਾ ਹੈ। ਹੁਣ ਇਸ ਤਸਵੀਰ ਦਾ ਉਹਨਾਂ ਦੇ ਮਨਾਂ ਤੇ ਕੀ ਅਸਰ ਪਿਆ ਹੋਣਾ, ਕਿ ਉਹਨਾਂ ਦੀ ਜਿਹੜੀ ਸੋਚ ਹੈ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਉਹਦੇ ਤੇ ਕੋਈ ਵਿਪਰੀਤ ਅਸਰ ਪਿਆ, ਜਾਂ ਉਹ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਪੋਜ਼ਿਟਿਵ ਹੋਏ ਹੋਣਗੇ ਵੀ ਨਹੀਂ 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 ਸਿੱਧੂ ਆਪਣੇ ਹੀ ਨੇ, ਪਰ ਹਜੇ ਤਾਂ ਪ੍ਰਸ਼ਾਂਤ ਕਿਸ਼ੋਰ ਹੀ ਕਾਂਗਰਸ ਦੇ ਨਹੀਂ ਹੋਏ। ਸੋ ਉਹਨਾਂ ਤੇ ਅਸਰ ਕੀ ਗਿਆ ਹੋਊਗਾ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਨਾ ਕਾਂਗਰਸ ਦੇ ਅੰਦਰ ਵੀ ਇਹ ਸਥਿਤੀ ਬਣੀ ਰਹਿੰਦੀ ਹੈ ਕਿ ਅਸਹਿਜ ਮਹਿਸੂਸ ਕਰਦੇ ਨੇ ਕਈ ਲੀਡਰ। ਉਹਦੇ ਦੋ ਕਾਰਨ ਨੇ। ਇੱਕ ਤਾਂ ਇਹ ਕਿ ਮੈਂ ਆਮ ਤੌਰ ਤੇ ਕਾਂਗਰਸ ਦੇ ਅੰਦਰੋਂ, ਪੰਜਾਬ ਦੀ ਗੱਲ ਕਰੂੰਗਾ, ਪੰਜਾਬ ਕਾਂਗਰਸ ਚੋਂ ਕਦੀ ਮੈਂ ਇਹੋ ਜਿਹਾ ਅੰਦੋਲਨ ਨਹੀਂ ਸੁਣਿਆ ਜਦੋਂ ਕਾਂਗਰਸ ਦੇ ਸਾਰੇ ਲੀਡਰ ਇਕੱਠੇ ਹੋ ਗਏ ਹੋਣ ਵੀ ਅਸੀਂ ਕਰਪਸ਼ਨ ਦੇ ਖਿਲਾਫ ਲੜਾਈ ਲੜਨੀ, ਵੀ ਹੁਣ ਅਸੀਂ ਮਾਫੀਆ ਦੇ ਖਿਲਾਫ ਕਰਪਸ਼ਨ ਦੇ ਖਿਲਾਫ ਯੁੱਧ ਛੇੜਾਂਗੇ। ਕੈਪਟਨ ਅਮਰਿੰਦਰ ਜ਼ਰੂਰ ਕਹਿੰਦਾ ਸੀ 2017 ਤੋਂ ਪਹਿਲਾਂ ਵੀ ਮੈਂ ਸ਼ਰਾਬ ਮਾਫੀਆ ਖਤਮ ਕਰ ਦੂੰਗਾ, ਮੈਂ ਟਰਾਂਸਪੋਰਟ ਮਾਫੀਆ ਖਤਮ ਕਰ ਦੂੰਗਾ, ਮੈਂ ਰੇਤ ਮਾਫੀਆ ਖਤਮ ਕਰ ਦੂੰਗਾ, ਇੱਕ ਦਾ ਹੋਰ ਮਾਫੀਆ ਦਾ ਨਾਂ ਲੈਂਦੇ ਸੀ ਉਹ। ਪਰ ਕੈਪਟਨ ਅਮਰਿੰਦਰ ਨੇ ਕੋਈ ਮਾਫੀਆ ਖਤਮ ਨਹੀਂ ਕੀਤਾ। ਅਕਾਲੀ ਦਲ ਦੇ ਰਾਜ 'ਚ ਵੀ ਮਾਫੀਆ ਨੂੰ ਖੂਬ ਤਰੱਕੀ ਮਿਲੀ। ਪਤਲੇ ਪਤਲੇ ਟਾਇਰਾਂ ਵਾਲੀਆਂ ਗੱਡੀਆਂ ਦਾ ਰਿਵਾਜ ਸੀ, ਐਡੇ ਐਡੇ ਚੌੜੇ ਟਾਇਰਾਂ ਵਾਲੀਆਂ ਗੱਡੀਆਂ ਆ ਗਈਆਂ ਲੋਕਾਂ ਕੋਲੇ, ਜਿਹੜੇ ਕੰਮ ਕਰਦੇ ਸੀ ਸਿਰਫ ਢੋਆ ਢੁਆਈ ਦਾ, ਰੇਤੇ ਦਾ, ਸ਼ਰਾਬ ਦਾ। ਬਹੁਤੇ ਲੋਕ ਇਮਾਨਦਾਰ ਵੀ ਹੋਣਗੇ ਵਿੱਚ, ਸਾਰੇ ਲੋਕ ਬੇਈਮਾਨ ਨਹੀਂ ਹੁੰਦੇ, ਇਮਾਨਦਾਰ ਤਾਂ ਹੈ ਹੀ ਨਹੀਂ, ਪਰ ਗੱਲ ਸਿਰਫ ਬੇਈਮਾਨੀ ਦੀ ਕਰ ਰਹੇ ਹਾਂ। ਸੋ ਹੁਣ ਉਹ ਲੋਕਾਂ ਤੇ ਕੀ ਅਸਰ ਇਸ ਮੀਟਿੰਗ ਦਾ ਪਿਆ ਹੋਣਾ, ਜਿਹੜੇ ਸੋਚਦੇ ਹੋਣਗੇ ਵੀ ਸਿੱਧੂ ਤਾਂ ਹੁਣ ਕਾਂਗਰਸ ਦੇ ਵਿੱਚ ਲਗਭਗ ਨਾ ਦੇ ਬਰਾਬਰ ਭੂਮਿਕਾ ਰਹਿ ਗਈ ਸਿੱਧੂ ਦੀ। ਇਹੋ ਜਿਹੇ ਲੋਕ ਵੀ ਨੇ ਕਈ, ਰਾਜਾ ਵੜਿੰਗ ਦੇ ਪ੍ਰਧਾਨ ਬਣਨ ਤੋਂ ਬਾਅਦ ਸੋਚ ਰਹੇ ਸੀ ਵੀ ਹੁਣ ਵੜਿੰਗ ਹੀ ਵੜਿੰਗ ਹੈ, ਪਰ ਹੁਣ ਇਸ ਮੀਟਿੰਗ ਨੇ ਕਈ ਤੜਿੰਗ ਹੋ ਗਏ ਹੋਣਗੇ। ਦੋ ਤਿੰਨ ਚੀਜ਼ਾਂ ਨੇ ਡੱਲਾ ਜੀ। ਪਿਛਲੇ ਦਿਨਾਂ ਦੇ ਵਿੱਚ ਜੇ ਤੁਸੀਂ ਦੇਖੋ, ਲਗਾਤਾਰ ਨਵਜੋਤ ਸਿੰਘ ਸਿੱਧੂ ਉਹਨਾਂ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਆ ਜਿਨ੍ਹਾਂ ਨੂੰ ਕਾਂਗਰਸ ਦੇ ਵਿੱਚੋਂ ਕੱਢਿਆ ਜਾ ਚੁੱਕਾ। ਚਾਹੇ ਤੁਸੀਂ ਕੇਵਲ ਢਿੱਲੋਂ ਦੀ ਗੱਲ ਕਰ ਲਓ, ਚਾਹੇ ਤੁਸੀਂ ਸੁਰਜੀਤ ਸਿੰਘ ਧਮਾਨ ਦੀ ਗੱਲ ਕਰ ਲਓ, ਚਾਹੇ ਤੁਸੀਂ ਜਿਸ ਤਰ੍ਹਾਂ ਸਮਰਾਲੇ ਹੋ ਗਏ ਸੀ ਅਮਰੀਕ ਸਿੰਘ ਢਿੱਲੋਂ ਹੋਣਾ ਕੋਲੇ, ਉਹਨਾਂ ਦੀ ਗੱਲ ਕਰ ਲਓ। ਇਹ ਸਾਰੇ ਲੋਕ ਕੱਢੇ ਤੇ ਪ੍ਰਸ਼ਾਂਤ ਕਿਸ਼ੋਰ ਵੀ ਹਜੇ ਤੱਕ ਸ਼ਾਮਲ ਨਹੀਂ ਹੋਏ। ਕੁਝ ਲੋਕ ਤਾਂ ਇਸ ਗੱਲ ਤੇ ਖੁਸ਼ ਹੋਣਗੇ ਕਿ ਦੇਖੋ ਜੀ ਤਸਵੀਰ ਆ ਗਈ, ਹੁਣ ਤਾਂ ਨਵਜੋਤ ਸਿੰਘ ਸਿੱਧੂ ਬਿਲਕੁਲ ਪਤਾ ਹੀ ਲੱਗ ਗਿਆ, ਇਹ ਤਾਂ ਹਮੇਸ਼ਾ ਕਾਂਗਰਸ ਦੇ ਜਿਹੜਾ ਵਿਰੋਧ 'ਚ ਖੜਦਾ ਉਹਨਾਂ ਦੇ ਨਾਲ ਖੜਦੇ ਆ। ਕੁਝ ਲੋਕਾਂ ਨੇ ਤਾਂ ਇਹ ਰਾਏ ਬਣਾ ਲਈ ਹੋਣੀ ਹੈ। ਪਰ ਦੂਸਰੇ ਪਾਸੇ ਦੇਖੋ, ਨਵਜੋਤ ਸਿੰਘ ਸਿੱਧੂ ਦੀ ਪੋਜੀਸ਼ਨ ਕਾਂਗਰਸ ਦੇ ਵਿੱਚ ਇਹਨਾਂ ਲੋਕਾਂ ਕਰਕੇ ਕੋਈ ਜ਼ਿਆਦਾ ਵਧੀਆ ਨਹੀਂ ਹੈ। ਔਰ ਅੱਜ ਭਗਵੰਤ ਮਾਨ ਨੇ ਇਸ ਤੇ ਤੰਜ ਵੀ ਕੱਸਿਆ। ਅੱਜ ਮੈਂ ਪਹਿਲੀ ਵਾਰੀ ਦੇਖਿਆ ਉਹਨਾਂ ਨੇ ਨਾਂ ਲੈ ਕੇ ਇਹ ਗੱਲ ਕਹੀ ਆ ਕਿ ਨਵਜੋਤ ਸਿੰਘ ਸਿੱਧੂ ਪਹਿਲਾਂ ਇਹ ਤਾਂ ਦੱਸਣ ਕਿ ਉਹ ਕਾਂਗਰਸ ਦੇ ਨਾਲ ਨੇ। ਕਹਿੰਦੇ ਅਮਰਿੰਦਰ ਸਿੰਘ, ਉਹਨਾਂ ਨੇ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਪਾਵਰ ਪਲਾਂਟ ਦੇ ਅੱਗੇ ਧਰਨਾ ਲਾਇਆ ਸੀ, ਉਹ ਕਹਿੰਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਆ ਇਹ ਤਾਂ ਕਾਂਗਰਸ ਦਾ ਹੈ ਹੀ ਨਹੀਂ ਸੀ, ਤੇ ਫਿਰ ਸਾਨੂੰ ਦੱਸਣ ਕੀ ਉਹਨਾਂ ਨੂੰ ਮਾਨਤਾ ਪ੍ਰਾਪਤ ਹੈਗਾ, ਇਸ ਗੱਲ ਦਾ ਜ਼ਿਕਰ ਕਰਨ। ਦੂਸਰੀ ਗੱਲ ਇਹ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਤਾਂ ਸਮਾਂ ਮਿਲਿਆ ਸੀ ਪਾਵਰ ਮਿਨਿਸਟਰ ਬਣਨ ਦਾ। ਜੇ ਬਿਜਲੀ ਸਮਝੌਤੇ ਦੀ ਗੱਲ ਕਰਦੇ ਤੇ ਫਿਰ ਪਾਵਰ ਮਿਨਿਸਟਰ ਬਣ ਜਾਂਦੇ, ਬਿਜਲੀ ਸਮਝੌਤੇ ਆਪ ਠੀਕ ਕਰ ਲੈਂਦੇ। ਉਦੋਂ ਤਾਂ ਤੁਸੀਂ ਕੁਝ ਕੀਤਾ ਨਹੀਂ, ਹੁਣ ਤਾਂ ਤੁਸੀਂ ਐਮਐਲਏ ਵੀ ਨਹੀਂ ਹੋ। ਇਹ ਗੱਲ ਅੱਜ ਭਗਵੰਤ ਮਾਨ ਨੇ ਆਪਣੇ ਇੱਕ ਵੀਡੀਓ ਮੈਸੇਜ ਰਾਹੀਂ ਸਿੱਧਾ ਡਾਇਰੈਕਟ ਹਮਲਾ ਨਵਜੋਤ ਸਿੰਘ ਸਿੱਧੂ ਤੇ ਕੀਤਾ। ਤੇ ਹੁਣ ਦੇਖਦੇ ਆ ਕਿਉਂਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੂੰ ਵੀ ਸਵਾਲਾਂ ਦੇ ਜਵਾਬ ਦੇਣੇ ਪੈਣੇ। ਜੀ ਡੱਲਾ ਜੀ। ਨਵਜੋਤ ਸਿੰਘ ਸਿੱਧੂ ਨੇ ਇਹਦਾ 2 ਵਾਰੀ ਜਵਾਬ ਦਿੱਤਾ, ਮੈਂ ਉਹ ਵੀ ਸਾਂਝਾ ਕਰਦਾ ਨਵਜੋਤ ਸਿੰਘ ਸਿੱਧੂ ਦਾ ਜਵਾਬ ਕੀ ਸੀ। ਦੇਖੋ, ਨਵਜੋਤ ਸਿੰਘ ਸਿੱਧੂ ਨੇ ਪਹਿਲੇ ਦਿਨ ਤੋਂ ਹਾਰਨ ਤੋਂ ਬਾਅਦ ਕਹਿਤਾ ਵੀ ਹੁਣ ਮੈਂ ਇੱਕ ਵਲੰਟੀਅਰ ਹਾਂ ਕਾਂਗਰਸ ਦਾ, ਵੀ ਮੈਂ ਕਾਂਗਰਸ ਦੇ ਵਲੰਟੀਅਰ ਦੇ ਤੌਰ ਤੇ ਭੂਮਿਕਾ ਅਦਾ ਕਰ ਰਿਹਾ। ਹੁਣ ਕਾਂਗਰਸ ਦੇ ਕਿਸੇ ਵੀ ਵਲੰਟੀਅਰ ਨੇ ਜੇ ਕਿਤੇ ਧਰਨਾ ਲਾਉਣਾ ਰੰਧਾਵਾ ਜੀ, ਕੀ ਉਹ ਰਾਜਾ ਵੜਿੰਗ ਤੋਂ ਪਰਮਿਸ਼ਨ ਲੈ ਕੇ ਆਊਗਾ? ਹਜ਼ਾਰਾਂ ਲੋਕ ਨੇ ਕਾਂਗਰਸ ਦੇ ਵਲੰਟੀਅਰ। ਹਰ ਰੋਜ਼ ਪ੍ਰਤਾਪ ਬਾਜਵਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ, ਕੀ ਉਹਨਾਂ ਨੇ ਰਾਜਾ ਵੜਿੰਗ ਤੋਂ ਮਨਜ਼ੂਰੀ ਲਈ? ਸੁਖਪਾਲ ਖਹਿਰਾ ਨੇ ਟਵੀਟ ਕੀਤਾ, ਕੀ ਉਹਨਾਂ ਨੇ ਰਾਜਾ ਵੜਿੰਗ ਤੋਂ ਮਨਜ਼ੂਰੀ ਲਈ? ਜੇ ਰਾਜਾ ਵੜਿੰਗ ਨੇ ਕੋਈ ਪ੍ਰੋਗਰਾਮ ਦੇਣਾ ਹੈ, ਕੀ ਉਹ ਰਾਹੁਲ ਗਾਂਧੀ ਤੋਂ ਮਨਜ਼ੂਰੀ ਲਊ? ਕੀ ਭਗਵੰਤ ਮਾਨ ਜੀ ਮਨਜ਼ੂਰੀਆਂ ਲੈ ਕੇ ਧਰਨੇ ਲਾਉਂਦੇ ਸੀ? ਸਵਾਲ ਇਹ ਵੀ ਬਹੁਤ ਵੱਡੇ ਨੇ। ਕੀ ਆਮ ਆਦਮੀ ਪਾਰਟੀ ਦਾ ਕੋਈ ਪ੍ਰੋਟੈਸਟ ਹੁੰਦਾ ਸੀ ਤੇ ਪਹਿਲਾਂ ਦਿੱਲੀੋਂ ਮਨਜ਼ੂਰੀ ਆਉਂਦੀ ਸੀ ਵੀ ਭਾਈ ਕਰ ਲਓ? ਕੀ ਏਜੰਡਾ ਤੈਅ ਹੁੰਦਾ ਸੀ ਵੀ ਜੇ ਪਾਣੀ ਦੀਆਂ ਬੁਛਾੜਾਂ ਪਈਆਂ ਤੇ ਅਸੀਂ ਕੀ ਕਰਨਾ?
ਕਿੰਨਾ ਕੁ ਭਿੱਜਣਾ ਹੈ, ਕੀ ਪਿੱਛੇ ਮੁੜਨਾ ਹੈ ਜਾਂ ਬੈਰੀਕੇਡ ਟੱਪਣੇ ਨੇ। ਸੋ ਇਸ ਕਰਕੇ ਇਹ ਐਲੀਗੇਸ਼ਨ ਦੀ ਸਿਆਸਤ ਤਾਂ ਹੈ ਹੀ ਹੈ ਪੰਜਾਬ ਦੇ ਵਿੱਚ, ਇਹਦੇ 'ਚ ਕੋਈ ਦੋਰਾ ਨਹੀਂ ਹੈ। ਜਦੋਂ ਪੋਲਿਟਿਕਸ ਨੂੰ ਇਸੇ ਕਰਕੇ ਲੋਕ ਬਹੁਤਾ ਜ਼ਿਆਦਾ ਸ਼ੁੱਧ ਨਹੀਂ ਸਮਝਦੇ, ਕਿਉਂਕਿ ਪੋਲਿਟਿਕਸ ਕਹਿੰਦੇ ਕੁਝ ਨਹੀਂ ਪਤਾ ਕਿ ਕਿਹੜੀ ਚੀਜ਼ ਨੇ ਕਦੋਂ ਰੰਗ ਬਦਲ ਲੈਣਾ। ਪੋਲਿਟਿਕਸ 'ਚ ਅਕਸਰ ਇਹ ਲੋਕ ਕਹਿੰਦੇ ਨੇ। ਔਰ ਜਿਹੜੀ ਬਿਜਲੀ ਮੰਤਰੀ ਵਾਲੀ ਗੱਲ ਹੈ, ਦੇਖੋ ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਸੀ, ਉਹਨਾਂ ਦੇ ਮਹਿਕਮੇ ਬਦਲੇ ਗਏ ਸੀ, ਉਹ ਕਹਿੰਦੇ ਸੀ ਜੀ ਚਾਰਜ ਲੈ ਲਓ, ਸਿੱਧੂ ਸਾਹਿਬ ਚਾਰਜ ਨਹੀਂ ਲੈ ਰਹੇ। ਨਵਜੋਤ ਸਿੰਘ ਸਿੱਧੂ ਤਾਂ ਪਹਿਲਾਂ ਹੀ ਰਾਹੁਲ ਗਾਂਧੀ ਨੂੰ ਅਸਤੀਫਾ ਦੇ ਆਇਆ ਸੀ। ਇਹ ਬਹੁਤ ਸਾਰੇ ਲੀਡਰਾਂ ਦੀ ਯਾਦਾਸ਼ਤ ਥੋੜੀ ਰਹਿੰਦੀ ਹੈ। ਮੈਨੂੰ ਲੱਗਦਾ ਭਗਵੰਤ ਮਾਨ ਨੂੰ ਵੀ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਜਦੋਂ ਕੈਪਟਨ ਅਮਰਿੰਦਰ ਨੇ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮੰਤਰੀ ਦਾ ਅਹੁਦਾ ਦਿੱਤਾ ਸੀ, ਉਸ ਤੋਂ ਲਗਭਗ 1 ਮਹੀਨਾ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਅਸਤੀਫਾ ਦੇ ਹੀ ਬੈਠਾ ਸੀ। ਤੇ ਜਦੋਂ ਉਹਨੇ ਲੋਕਲ ਬਾਡੀ ਮਹਿਕਮੇ ਤੋਂ ਹੀ ਅਸਤੀਫਾ ਦਿੱਤਾ ਤੇ ਫਿਰ ਬਿਜਲੀ ਦਾ ਮਹਿਕਮਾ ਜੁਆਇਨ ਕਰਨ ਦਾ ਮਕਸਦ ਹੀ ਨਹੀਂ ਸੀ ਬਣਦਾ। ਕਿਉਂ? ਕਿਉਂਕਿ ਜਿਨ੍ਹਾਂ ਸਿਧਾਂਤਾਂ ਤੇ ਕੈਪਟਨ ਅਮਰਿੰਦਰ ਦੇ ਖਿਲਾਫ ਸਿੱਧੂ ਨੇ ਅਸਤੀਫਾ ਦਿੱਤਾ ਸੀ, ਅਗਰ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਬਣ ਜਾਂਦਾ ਤੇ ਫਿਰ ਉਹ ਸਿਧਾਂਤ ਕਿੱਥੇ ਰਹਿਣੇ ਸੀ। ਔਰ ਸਿਧਾਂਤਾਂ ਤੋਂ ਪਿੱਛੇ ਨਹੀਂ ਹਟਿਆ ਨਵਜੋਤ ਸਿੰਘ ਸਿੱਧੂ। ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਚ ਹੈ, ਆਪਣਾ ਆਪਣਾ ਪ੍ਰਤੀਕਰਮ ਹੈ, ਸਿਆਸਤ ਹੈ। ਸਿਆਸਤ 'ਚ ਨਵਜੋਤ ਸਿੰਘ ਸਿੱਧੂ ਨੇ ਵੀ ਕਈ ਗਲਤੀਆਂ ਕੀਤੀਆਂ। ਬਹੁਤ ਸਾਰੇ ਲੀਡਰ ਨੇ ਜਿਹੜੇ ਪੋਲਿਟਿਕਸ ਦੇ ਵਿੱਚ ਗਲਤੀਆਂ ਕਰਦੇ ਨੇ, ਸਮੇਂ-ਸਮੇਂ ਤੇ ਕਈ ਗਲਤੀਆਂ ਸੁਧਾਰ ਲੈਂਦੇ ਨੇ, ਕਈਆਂ ਨੂੰ ਮੌਕਾ ਇਹੋ ਜਿਹਾ ਮਿਲ ਜਾਂਦਾ ਕਿ ਗਲਤੀਆਂ ਦੇ ਬਾਵਜੂਦ ਉਹ ਸੱਤਾ ਦੇ ਸਿਖਰ ਤੇ ਚਲੇ ਜਾਂਦੇ ਨੇ। ਸੋ ਵਕਤ ਦੀ ਗੱਲ ਹੈ। ਖੈਰ, ਬਹੁਤ ਬਹੁਤ ਧੰਨਵਾਦ, ਤੁਸੀਂ ਫਿਰ ਸਮਾਂ ਕੱਢਿਆ ਉਚੇਚੇ ਤੌਰ ਤੇ। ਕੱਲ ਫਿਰ ਮੁਲਾਕਾਤ ਹੁੰਦੀ ਹੈ। ਰੰਧਾਵਾ ਜੀ, ਬਹੁਤ ਬਹੁਤ ਧੰਨਵਾਦ। ਧੰਨਵਾਦ ਡੱਲਾ ਜੀ।